ਵੈਲਕਮ ਸਟੂਡੈਂਟਸ ਆਨਲਾਈਨ ਐਜੂਕੇਸ਼ਨ ਚੈਨਲ ਐਡੂਕ੍ਰੇਸੀ ਐਜੂਕੇਸ਼ਨ ਫॉर ਆਲ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਕਲਾਸ 8th ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੈਪਟਰ 2 ਸੂਖਮ ਜੀਵ ਮਿੱਤਰ ਅਤੇ ਦੁਸ਼ਮਣ ਮਾਈਕਰੋ ਆਰਗੇਨਿਜ਼ਮਸ ਫਰੈਂਡ ਐਂਡ ਫੋ ਪੜਾਂਗੇ। ਬੱਚਿਓ, ਇਹ ਚੈਪਟਰ ਜੋ ਹੈ ਅਸੀਂ 3 ਭਾਗਾਂ ਵਿੱਚ ਕਰਾਂਗੇ। ਪਹਿਲਾ ਭਾਗ ਤੁਸੀਂ ਪੜ੍ਹ ਚੁੱਕੇ ਹੋ। ਦੂਜੇ ਭਾਗ ਵਿੱਚ ਅਸੀਂ ਜੋ ਚੈਪਟਰ ਹੈ ਉਸ ਨੂੰ ਖਤਮ ਕਰਾਂਗੇ। ਸੂਖਮ ਜੀਵਾਂ ਦੇ ਲਾਭਦਾਇਕ ਭਾਗ ਨੂੰ ਤੁਸੀਂ ਪੜ੍ਹ ਚੁੱਕੇ ਹੋ। ਹੁਣ ਅਸੀਂ ਸੂਖਮ ਜੀਵਾਂ ਦੇ ਹਾਨੀਕਾਰਕ ਜੋ ਕਿ ਸਾਡੇ ਤੇ ਹਾਨੀਕਾਰਕ ਪ੍ਰਭਾਵ ਹਨ ਉਹਨਾਂ ਬਾਰੇ ਪੜਾਂਗੇ ਤੇ ਇਸ ਲੈਸਨ ਦੇ ਤੀਜੇ ਭਾਗ ਵਿੱਚ ਅਸੀਂ ਇਸ ਦੀ ਐਕਸਰਸਾਈਜ਼ਸ, ਕੁਐਸਚਨ ਆਨਸਰਸ ਤੇ ਹੋਰ ਕਿਰਿਆਵਾਂ ਕਰਾਂਗੇ। ਸੋ ਆਓ ਬੱਚਿਓ ਅੱਗੇ ਪੜ੍ਹਦੇ ਹਾਂ। ਹਾਨੀਕਾਰਕ ਸੂਖਮ ਜੀਵ, ਹਾਰਮਫੁਲ ਆਰਗੇਨਿਜ਼ਮਸ, ਮਾਈਕਰੋ ਆਰਗੇਨਿਜ਼ਮਸ। ਹਾਨੀਕਾਰਕ ਦਾ ਮਤਲਬ ਇੰਗਲਿਸ਼ ਵਿੱਚ ਇਸ ਨੂੰ ਕੀ ਕਹਾਂਗੇ? ਹਾਰਮਫੁਲ। ਸੂਖਮ ਜੀਵ ਤੁਹਾਨੂੰ ਪਤਾ ਹੀ ਹੈ, ਮਾਈਕਰੋ ਆਰਗੇਨਿਜ਼ਮਸ। ਕਈ ਵਾਰ ਸੂਖਮ ਜੀਵ ਹਾਨੀਕਾਰਕ ਵੀ ਹੁੰਦੇ ਹਨ। ਕੁਝ ਸੂਖਮ ਜੀਵ ਪੌਦਿਆਂ, ਜੰਤੂਆਂ ਅਤੇ ਮਨੁੱਖਾਂ ਵਿੱਚ ਬਿਮਾਰੀਆਂ, ਡਿਜ਼ੀਜ਼ਸ, ਰੋਗਾਂ ਦਾ ਕਾਰਨ ਵੀ ਬਣਦੇ ਹਨ। ਸੋ ਜਿਵੇਂ ਕਿ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ ਕਿ ਸੂਖਮ ਜੀਵਾਂ ਦੇ ਸਾਨੂੰ ਬਹੁਤ ਸਾਰੇ ਲਾਭ ਹਨ, ਪਰੰਤੂ ਸਾਰੇ ਦੇ ਸਾਰੇ ਸੂਖਮ ਜੀਵ ਲਾਭਕਾਰੀ ਨਹੀਂ ਹੁੰਦੇ। ਕੁਝ ਹਾਨੀਕਾਰਕ ਵੀ ਹੁੰਦੇ ਹਨ ਜੋ ਕਿ ਪੌਦਿਆਂ, ਜੰਤੂਆਂ ਅਤੇ ਮਨੁੱਖਾਂ ਵਿੱਚ ਬਿਮਾਰੀਆਂ ਫੈਲਾਉਂਦੇ ਹਨ। ਬਿਮਾਰੀਆਂ ਫੈਲਾਉਣ ਵਾਲੇ ਇਹਨਾਂ ਜੀਵਾਣੂਆਂ ਨੂੰ ਰੋਗਜਨਕ ਸੂਖਮ ਜੀਵ, ਇੰਗਲਿਸ਼ 'ਚ ਕਹਾਂਗੇ ਪੈਥੋਜਨਸ ਆਖਦੇ ਹਨ। ਸੋ ਜਿਹੜੇ ਇਹ ਬਿਮਾਰੀਆਂ ਫੈਲਾਉਣ ਵਾਲੇ ਸੂਖਮ ਜੀਵ ਹਨ ਇਹਨਾਂ ਨੂੰ ਅਸੀਂ ਰੋਗਜਨਕ ਸੂਖਮ ਜੀਵ ਜਾਂ ਫਿਰ ਅੰਗਰੇਜ਼ੀ ਵਿੱਚ ਪੈਥੋਜਨਸ ਕਹਿੰਦੇ ਹਾਂ। ਕੁਝ ਸੂਖਮ ਜੀਵ ਭੋਜਨ, ਕੱਪੜੇ ਅਤੇ ਚਮੜੇ ਨੂੰ ਨਸ਼ਟ ਕਰ ਦਿੰਦੇ ਹਨ। ਆਓ ਆਪਾਂ ਇਹਨਾਂ ਦੀਆਂ ਹੋਰ ਹਾਨੀਕਾਰਕ ਕਿਰਿਆਵਾਂ ਬਾਰੇ ਅਧਿਐਨ ਕਰੀਏ। ਸੋ ਜੋ ਲੈਸਨ ਦਾ ਇਹ ਭਾਗ ਹੈ, ਇਹ ਜੋ ਸੂਖਮ ਜੀਵ ਹਨ ਉਹਨਾਂ ਦਾ ਜੋ ਹਾਨੀਕਾਰਕ ਪਹਿਲੂ ਹੈ ਉਸ ਤੇ ਹੀ ਸਾਰਾ ਨਿਰਧਾਰਿਤ ਹੈ। ਮਨੁੱਖ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵ, ਮਾਈਕਰੋ ਆਰਗੇਨਿਜ਼ਮਸ ਕਾਜ਼ਿੰਗ ਡਿਜ਼ੀਜ਼ ਇਨ ਹਿਊਮਨਸ। ਇਹ ਜੋ ਭਾਗ ਹੈ ਇਹ ਉਹਨਾਂ ਸੂਖਮ ਜੀਵਾਂ ਬਾਰੇ ਪੜਾਂਗੇ ਜਿਹੜੇ ਕਿ ਮਨੁੱਖਾਂ ਵਿੱਚ ਰੋਗ ਦਾ ਕਾਰਨ ਬਣਦੇ ਹਨ। ਰੋਗਜਨਕ ਸੂਖਮ ਜੀਵ ਕੀਟਾਣੂ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ, ਪੜ੍ਹ ਚੁੱਕੇ ਹਾਂ ਪਹਿਲਾਂ, ਪੈਥੋਜਨਸ। ਸਾਡੇ ਸਰੀਰ ਅੰਦਰ ਸਾਹ ਲੈਣ ਲਈ ਅੰਦਰ ਲਿਜਾਈ ਗਈ ਹਵਾ ਦੁਆਰਾ ਇਹ ਜੋ ਪੈਥੋਜਨਸ ਹੈ ਇਹ ਸਾਡੇ ਸਰੀਰ ਦੇ ਅੰਦਰ ਕਿਵੇਂ ਦਾਖਲ ਹੁੰਦੇ ਆ? ਜਾਂ ਤਾਂ ਜਦੋਂ ਅਸੀਂ ਸਾਹ ਲੈਂਦੇ ਹਾਂ, ਸਾਹ ਲੈਣ ਵਾਸਤੇ ਜੋ ਹਵਾ ਅੰਦਰ ਇਨਹੇਲ ਕਰਦੇ ਹਾਂ ਉਸ ਦੇ ਰਾਹੀਂ, ਜਾਂ ਫਿਰ ਪਾਣੀ ਪੀਣ ਵਾਲੇ ਪਾਣੀ ਦੇ ਦੁਆਰਾ, ਜਾਂ ਖਾਧੇ ਗਏ ਭੋਜਨ ਦੇ ਦੁਆਰਾ ਜੋ ਹਨ ਦਾਖਲ ਹੁੰਦੇ ਹਨ। ਇਹ ਕੀਟਾਣੂ ਤੰਦਰੁਸਤ ਵਿਅਕਤੀ ਤੱਕ ਕਿਸੇ ਰੋਗੀ ਵਿਅਕਤੀ ਦੇ ਸਿੱਧੇ ਸੰਪਰਕ ਦੁਆਰਾ ਜਾਂ ਫਿਰ ਕਿਸੇ ਜੰਤੂ ਦੁਆਰਾ ਸਥਾਨਾਂਤਰਿਤ ਕੀਤੇ ਜਾਂਦੇ ਹਨ। ਸੋ ਜੋ ਤੰਦਰੁਸਤ ਵਿਅਕਤੀ ਹੈ ਜਾਂ ਤਾਂ ਇਹਨਾਂ ਨੂੰ ਹਵਾ ਰਾਹੀਂ ਆਪਣੇ ਸਰੀਰ ਦੇ ਅੰਦਰ ਲੈ ਜਾਂਦਾ, ਜਾਂ ਪਾਣੀ ਰਾਹੀਂ, ਜਾਂ ਫਿਰ ਸੰਕਰਮਿਤ ਭੋਜਨ ਰਾਹੀਂ, ਅਤੇ ਨਾਲ ਹੀ ਇਹ ਕਿਸੇ ਜੰਤੂ ਜਾਂ ਕਿਸੇ ਹੋਰ ਰੋਗੀ ਵਿਅਕਤੀ ਤੋਂ ਵੀ ਤੁਹਾਨੂੰ ਇੱਕ ਤੰਦਰੁਸਤ ਵਿਅਕਤੀ ਨੂੰ ਲੱਗ ਸਕਦੇ ਹਨ। ਆਓ ਬੱਚਿਓ, ਜੋ ਲੈਸਨ ਦਾ ਅਗਲਾ ਭਾਗ, ਸੂਖਮ ਜੀਵਾਂ ਦੁਆਰਾ ਫੈਲਾਏ ਗਏ ਜਾਣ ਵਾਲੇ ਰੋਗ। ਜੋ ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਹਵਾ, ਪਾਣੀ, ਭੋਜਨ ਜਾਂ ਸਿੱਧੇ ਸੰਪਰਕ ਦੁਆਰਾ ਪਹੁੰਚ ਜਾਣ, ਉਹਨਾਂ ਨੂੰ ਲਾਗ ਦੇ ਰੋਗ, ਭਾਵ ਕਿ ਕਮਿਊਨੀਕੇਬਲ ਡਿਜ਼ੀਜ਼ਸ। ਲਾਗ ਦੇ ਰੋਗਾਂ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਆਪਾਂ? ਕਮਿਊਨੀਕੇਬਲ ਡਿਜ਼ੀਜ਼ਸ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਹੈਜ਼ਾ, ਕੋਲੇਰਾ, ਆਮ ਜ਼ੁਕਾਮ, ਕਾਮਨ ਕੋਲਡ, ਚਿਕਨ ਪੌਕਸ, ਟੀਬੀ, ਟਿਊਬਰਕਲੋਸਿਸ ਆਦਿ। ਜਦੋਂ ਇੱਕ ਜ਼ੁਕਾਮ ਨਾਲ ਪੀੜਤ ਵਿਅਕਤੀ ਛਿੱਕਾਂ ਮਾਰਦਾ ਹੈ ਤਾਂ ਹਜ਼ਾਰਾਂ ਹੀ ਵਿਸ਼ਾਣੂਆਂ ਨਾਲ ਭਰੇ ਨਮੀ ਦੇ ਛੋਟੇ-ਛੋਟੇ ਤੁਪਕੇ, ਡ੍ਰੌਪਲੇਟਸ ਹਵਾ ਵਿੱਚ ਫੈਲ ਜਾਂਦੇ ਹਨ। ਇਹ ਵਿਸ਼ਾਣੂ ਇੱਕ ਤੰਦਰੁਸਤ ਵਿਅਕਤੀ ਅੰਦਰ ਦਾਖਲ ਹੋ ਜਾਂਦੇ ਹਨ। ਫਿਰ ਤੁਸੀਂ ਇਹਨਾਂ ਲਾਗ ਦੇ ਰੋਗਾਂ ਦੇ ਫੈਲਣ ਤੋਂ ਕਿਵੇਂ ਬਚ ਸਕਦੇ ਹੋ? ਸੋ ਜੇ ਇਹ ਹਵਾ ਰਾਹੀਂ, ਕਿਉਂਕਿ ਸਾਹ ਲੈਣ ਤੋਂ ਤਾਂ ਅਸੀਂ ਪਰਹੇਜ਼ ਨਹੀਂ ਕਰ ਸਕਦੇ, ਜੇ ਤੁਸੀਂ ਇਹ ਹਵਾ ਰਾਹੀਂ ਵੀ ਤੁਹਾਡੇ ਸਰੀਰ ਦੇ ਅੰਦਰ ਦਾਖਲ ਹੋ ਸਕਦੇ ਹਨ ਤਾਂ ਫਿਰ ਇਹਨਾਂ ਤੋਂ ਬਚਿਆ ਕਿਵੇਂ ਜਾਵੇ? ਸੋ ਇਹ ਵੀ ਆਪਾਂ ਇਸ ਲੈਸਨ ਵਿੱਚ ਪੜਾਂਗੇ। ਛਿੱਕਾਂ ਮਾਰਨ ਸਮੇਂ ਸਾਨੂੰ ਆਪਣਾ ਰੁਮਾਲ ਨੱਕ ਅਤੇ ਮੂੰਹ ਦੇ ਅੱਗੇ ਰੱਖਣਾ ਚਾਹੀਦਾ ਹੈ। ਇਹ ਵੀ ਵਧੀਆ ਹੋਵੇਗਾ ਕਿ ਅਸੀਂ ਕਿਸੇ ਰੋਗੀ ਵਿਅਕਤੀ ਤੋਂ ਇੱਕ ਦੂਰੀ ਬਣਾ ਕੇ ਰੱਖੀਏ। ਸੋ ਬੱਚਿਓ, ਅੱਜ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਜੋ ਮਾਹੌਲ ਹੈ, ਕਰੋਨਾ ਵਾਇਰਸ ਕਾਫੀ ਫੈਲ ਰਿਹਾ ਹੈ। ਇਹੀ ਜੋ 2 ਪ੍ਰੀਕਾਸ਼ਨਸ ਨੇ, ਜੋ ਸਲਾਹਾਂ ਨੇ ਸਰਕਾਰ ਨੇ ਅਤੇ WHO ਨੇ ਸਭ ਨੂੰ ਦਿੱਤੀਆਂ ਨੇ ਕਿ ਤੁਸੀਂ ਜਦੋਂ ਵੀ ਕਿਤੇ ਤੁਹਾਨੂੰ ਛਿੱਕ ਆਵੇ ਤੁਸੀਂ ਆਪਣਾ ਰੁਮਾਲ ਨੱਕ ਤੇ ਮੂੰਹ ਤੇ ਰੱਖੋ, ਆਪਣਾ ਮੂੰਹ ਤੇ ਨੱਕ ਢੱਕ ਕੇ ਰੱਖੋ, ਤੇ ਦੂਸਰਾ ਕੀ ਹੈ ਕਿ ਤੁਸੀਂ ਉਚਿਤ ਦੂਰੀ ਬਣਾ ਕੇ ਰੱਖੋ। ਸੋ ਆਓ ਬੱਚਿਓ, ਜੋ ਲੈਸਨ ਦਾ ਜੋ ਚੈਪਟਰ ਦਾ ਅਗਲਾ ਭਾਗ ਹੈ, ਕੁਝ ਕੀਟ ਅਤੇ ਜੰਤੂ ਇਹਨਾਂ ਰੋਗ ਫੈਲਾਉਣ ਵਾਲੇ ਕੀਟਾਣੂਆਂ ਦੇ ਵਾਹਕ ਦਾ ਕੰਮ ਕਰਦੇ ਹਨ। ਵਾਹਕ ਭਾਵ ਕਿ ਕੈਰੀਅਰ, ਜੋ ਕਿ ਇਹਨਾਂ ਨੂੰ ਕੈਰੀ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਨ। ਘਰੇਲੂ ਮੱਖੀ, ਹਾਊਸ ਫਲਾਈ ਇਹਨਾਂ ਵਿੱਚੋਂ ਇੱਕ ਵਾਹਕ ਹੈ।
ਇਹ ਮੱਖੀਆਂ ਕੂੜੇ ਕਰਕਟ ਅਤੇ ਮਲ ਮੂਤਰ ਉੱਪਰ ਬੈਠ ਜਾਂਦੀਆਂ ਹਨ। ਕੀਟਾਣੂ ਇਹਨਾਂ ਦੇ ਸਰੀਰ ਉੱਪਰ ਚਿਪਕ ਜਾਂਦੇ ਹਨ। ਜਦੋਂ ਇਹ ਮੱਖੀਆਂ ਅਣਢਕੇ ਭੋਜਨ ਉੱਪਰ ਬੈਠਦੀਆਂ ਹਨ ਤਾਂ ਕੀਟਾਣੂ ਭੋਜਨ ਅੰਦਰ ਦਾਖਲ ਹੋ ਜਾਂਦੇ ਹਨ। ਜਿਹੜਾ ਵੀ ਵਿਅਕਤੀ ਇਸ ਦੂਸ਼ਿਤ ਹੋਏ ਭੋਜਨ ਨੂੰ ਖਾਂਦਾ ਹੈ ਉਹ ਬਿਮਾਰ ਹੋ ਜਾਂਦਾ ਹੈ। ਸੋ ਤੁਸੀਂ ਤਾਂ ਇਸੇ ਲਈ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਮਾਤਾ ਜੀ ਹਮੇਸ਼ਾ ਹੀ ਰਸੋਈ ਵਿੱਚ ਕਿਸੇ ਵੀ ਪੱਕੀ ਹੋਈ ਚੀਜ਼, ਕਿਸੇ ਵੀ ਭੋਜਨ ਨੂੰ ਢੱਕ ਕੇ ਰੱਖਣ ਤੇ ਬਹੁਤ ਜ਼ੋਰ ਦਿੰਦੇ ਹਨ। ਇਸ ਦਾ ਕਾਰਨ ਇਹੀ ਹੈ ਤਾਂ ਕਿ ਮੱਖੀਆਂ ਉਸ ਤੇ ਨਾ ਬੈਠ ਸਕਣ ਅਤੇ ਉਸ ਨੂੰ ਦੂਸ਼ਿਤ ਨਾ ਕਰ ਸਕਣ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਭੋਜਨ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਅਣਢੱਕਿਆ ਭੋਜਨ ਖਾਣ ਤੋਂ ਹਮੇਸ਼ਾ ਪਰਹੇਜ਼ ਕਰੋ। ਰੋਗ ਵਾਹਕ ਦੀ ਇੱਕ ਹੋਰ ਉਦਾਹਰਣ ਹੈ ਮਾਦਾ ਐਨੋਫਿਲੀਜ਼ ਮੱਛਰ, ਫੀਮੇਲ ਐਨੋਫਿਲੀਜ਼, ਜੋ ਮਲੇਰੀਆ ਰੋਗ ਦਾ ਪਰਜੀਵੀ ਪੈਰਾਸਾਈਟ, ਪਰਜੀਵੀ ਨੂੰ ਅੰਗਰੇਜ਼ੀ ਵਿੱਚ ਕੀ ਆਖਦੇ ਆ, ਪੈਰਾਸਾਈਟ ਦਾ ਵਾਹਕ ਹੈ। ਸੋ ਜੋ ਐਨੋਫਿਲੀਜ਼ ਮੱਛਰ ਹੈ, ਫੀਮੇਲ ਐਨੋਫਿਲੀਜ਼, ਉਹ ਜੋ ਮਲੇਰੀਆ ਦੇ ਪੈਰਾਸਾਈਟ ਨੂੰ ਕੈਰੀ ਕਰਦਾ ਹੈ, ਤੁਹਾਡੇ ਖੂਨ ਅੰਦਰ ਦਾਖਲ ਕਰਦਾ ਹੈ। ਜਦੋਂ ਮੱਛਰ ਤੁਹਾਨੂੰ ਡੰਗਦਾ ਹੈ ਤਾਂ ਉਹ ਆਪਣੇ ਅੰਦਰ ਜੋ ਪੈਰਾਸਾਈਟ ਜੋ ਉਹਦੇ ਅੰਦਰ ਮੌਜੂਦ ਹੁੰਦਾ ਹੈ ਉਹ ਤੁਹਾਡੇ ਸਰੀਰ ਵਿੱਚ ਦਾਖਲ ਕਰ ਦਿੰਦਾ ਹੈ ਅਤੇ ਜੋ ਡੇਂਗੂ ਹੈ ਉਹ ਮਾਦਾ ਏਡਿਸ ਮੱਛਰ ਫੈਲਾਉਂਦੀ ਹੈ। ਸੋ ਇਹ ਜੋ ਦੋ ਵਾਹਕ ਹਨ, ਇਹਨਾਂ ਤੋਂ ਬਚਣਾ ਚਾਹੀਦਾ ਹੈ ਤੇ ਇਹਨਾਂ ਤੋਂ ਬਚਣ ਦੇ ਜੋ ਤਰੀਕੇ ਹਨ ਤੁਹਾਨੂੰ ਲੈਸਨ ਦੇ ਅਗਲੇ ਭਾਗ ਵਿੱਚ ਪੜ੍ਹਾਏ ਜਾਣਗੇ। ਪਰੰਤੂ ਇਹ ਦੋ ਜੋ ਐਗਜ਼ਾਮਪਲਸ ਹਨ ਇਹ ਵਾਹਕਾਂ ਦੇ, ਜੋ ਕਿ ਰੋਗਜਨਕ ਸੂਖਮ ਜੀਵਾਂ ਨੂੰ ਤੁਹਾਡੇ ਸਰੀਰ ਦੇ ਅੰਦਰ ਦਾਖਲ ਕਰਵਾਉਣ ਵਾਲੇ ਜੋ ਜੀਵ ਹਨ, ਜੋ ਕੀਟ ਹਨ, ਉਹਨਾਂ ਦੀਆਂ ਉਦਾਹਰਨਾਂ ਹਨ। ਸੋ ਇਹ ਦੋਨੋਂ ਮੱਛਰਾਂ ਦੇ ਚਿੱਤਰ, ਜੋ ਐਨੋਫਿਲੀਜ਼ ਮਸਕੀਟੋ ਹੈ, ਮੱਛਰ ਹੈ, ਉਹ ਕੁਝ ਇਸ ਤਰ੍ਹਾਂ ਦਾ ਦਿਖੇਗਾ ਤੇ ਜੋ ਏਡਿਸ ਮਸਕੀਟੋ ਹੈ ਉਹ ਧਾਰੀਦਾਰ, ਇਹ ਦੇਖੋ ਜੋ ਧਾਰੀਦਾਰ ਹੁੰਦਾ ਇਹ ਡੇਂਗੂ ਦਾ ਵਾਹਕ ਹੁੰਦਾ ਹੈ। ਅਸੀਂ ਮਲੇਰੀਆ ਅਤੇ ਡੇਂਗੂ ਨੂੰ ਫੈਲਣ ਤੋਂ ਕਿਵੇਂ ਰੋਕ ਸਕਦੇ ਹਾਂ? ਸੋ ਇਸ ਦਾ ਵੀ ਉਪਾਅ ਸਾਨੂੰ ਲੱਭਣਾ ਚਾਹੀਦਾ ਕਿ ਇਹਨਾਂ ਤੋਂ ਬਚਿਆ ਕਿਵੇਂ ਜਾਵੇ। ਸਾਡੇ ਅਧਿਆਪਕ ਸਾਨੂੰ ਹਮੇਸ਼ਾ ਹੀ ਇਹ ਕਿਉਂ ਕਹਿੰਦੇ ਹਨ ਕਿ ਆਪਣੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿਓ। ਸਾਰੇ ਮੱਛਰ ਪਾਣੀ ਵਿੱਚ ਅੰਡੇ ਦਿੰਦੇ ਹਨ। ਇਸ ਲਈ ਸਾਨੂੰ ਕੂਲਰ, ਟਾਇਰ, ਫੁੱਲਦਾਨ ਆਦਿ ਕੋਈ ਵੀ ਐਸਾ ਬਰਤਨ ਜਿੱਥੇ ਕਿ ਪਾਣੀ ਇਕੱਠਾ ਹੋ ਸਕਦਾ ਹੈ ਉਸ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਤੇ ਸੁੱਕਾ ਰੱਖ ਕੇ ਮੱਛਰਾਂ ਨੂੰ ਵਧਣ ਤੋਂ ਰੋਕ ਸਕਦੇ ਹਾਂ। ਸੋ ਜੇ ਤੁਸੀਂ ਆਸੇ-ਪਾਸੇ ਪਾਣੀ ਇਕੱਠਾ ਨਹੀਂ ਹੋਣ ਦਿਓਗੇ ਤਾਂ ਉਹ ਪਾਣੀ ਵਿੱਚ ਮੱਛਰ ਅੰਡੇ ਨਹੀਂ ਦੇਣਗੇ। ਜੇ ਮੱਛਰ ਅੰਡੇ ਨਹੀਂ ਦੇਣਗੇ ਤਾਂ ਇਹਨਾਂ ਦੀ ਗਿਣਤੀ ਕੰਟਰੋਲ ਵਿੱਚ ਰਹੇਗੀ, ਇਹਨਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋਏਗਾ ਅਤੇ ਇਹ ਬਿਮਾਰੀਆਂ ਨੂੰ ਘੱਟ ਫੈਲਾਉਣਗੇ। ਕੁਝ ਅਜਿਹੇ ਢੰਗਾਂ ਦੀ ਸੂਚੀ ਬਣਾਓ ਜੋ ਮਲੇਰੀਆ ਨੂੰ ਫੈਲਣ ਤੋਂ ਬਚਾਉਣ ਵਿੱਚ ਮਦਦ ਕਰਨ। ਸੋ ਇਹ ਕੁਝ ਐਕਸਰਸਾਈਜ਼ ਹੈ ਕਿ ਕੁਝ ਐਸੀ ਸੂਚੀ ਬਣਾਓ ਕਿ ਕਿਹੜੇ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਮੱਛਰਾਂ ਦਾ ਵਾਧਾ ਅਤੇ ਮਲੇਰੀਆ ਤੋਂ ਬਚ ਸਕਦੇ ਹਾਂ। ਸੋ ਇਹ ਬੜੀਆਂ ਕਾਮਨ ਜਿਹੀਆਂ ਚੀਜ਼ਾਂ ਨੇ। ਤੁਸੀਂ ਆਸੇ-ਪਾਸੇ ਸਫਾਈ ਰੱਖਣੀ ਹੈ, ਤੁਸੀਂ ਕਿਤੇ ਵੀ ਪਾਣੀ ਨੂੰ ਖੜਾ ਨਹੀਂ ਹੋਣ ਦੇਣਾ ਅਤੇ ਕੋਈ ਜਿਵੇਂ ਕਿ ਇੱਕ ਹੋਰ ਆਮ ਜੀ ਤਰੀਕਾ ਹੈ ਜੋ ਕਿ ਮੱਛਰਾਂ ਤੋਂ ਬਚਣ ਵਾਸਤੇ ਵਰਤਿਆ ਜਾਂਦਾ ਹੈ ਕਿ ਤੁਸੀਂ ਮੱਛਰਦਾਨੀ ਜਾਂ ਆਲ ਆਊਟ ਜਾਂ ਐਸੇ ਰਸਾਇਣ ਕੈਮੀਕਲ ਜਿਨ੍ਹਾਂ ਨਾਲ ਕਿ ਮੱਛਰ ਭੱਜ ਜਾਣ ਜਾਂ ਮਰ ਜਾਣ ਉਹਨਾਂ ਦੀ ਵਰਤੋਂ ਕਰ ਸਕਦੇ ਹੋ। ਸੋ ਇਹ ਸਾਰਣੀ ਹੈ। ਮਨੁੱਖ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਰੋਗ, ਉਹਨਾਂ ਦੇ ਵਾਹਕ ਅਤੇ ਬਚਾਅ ਦੇ ਆਮ ਢੰਗ ਸਾਰਣੀ ਵਿੱਚ ਵਿਖਾਏ ਗਏ ਹਨ। ਜੋ ਬਿਮਾਰੀਆਂ ਦੇ ਨਾਮ ਇੱਥੇ ਦਿੱਤੇ ਗਏ ਨੇ ਤੇ ਰੋਗਜਨਕ ਇਹ ਕਿਹਨਾਂ ਦੁਆਰਾ ਫੈਲਾਏ ਜਾਂਦੇ ਹਨ। ਤੇ ਨੰਬਰ 3 ਜੋ ਹੈ ਕਾਲਮ ਉਹ ਹੈ ਕਿ ਇਹ ਆਪਣੇ ਸਰੀਰ ਦੇ ਅੰਦਰ, ਸਾਡੇ ਸਰੀਰ ਦੇ ਅੰਦਰ ਕਿਵੇਂ ਦਾਖਲ ਹੁੰਦੇ ਹਨ। ਤੇ ਨੰਬਰ 4 ਦਾ ਜੋ ਕਾਲਮ ਹੈ ਇੱਥੇ ਤੁਹਾਨੂੰ ਬਚਾਓ ਦੇ ਕੁਝ ਆਮ ਤਰੀਕੇ ਜੋ ਕਿ ਘਰੇਲੂ ਤਰੀਕੇ ਹਨ ਉਹ ਦੱਸੇ ਗਏ ਹਨ। ਟੀਬੀ, ਮੀਜ਼ਲਸ, ਚਿਕਨ ਪੌਕਸ ਤੇ ਪੋਲੀਓ ਇਹ ਸਾਰੇ ਕਮਿਊਨੀਕੇਬਲ ਡਿਜ਼ੀਜ਼ਸ ਨੇ, ਮਤਲਬ ਕਿ ਇਹ ਲਾਗਦੇ ਰੋਗ ਨੇ। ਇਹ ਜੋ ਟੀਬੀ ਹੈ ਉਹ ਜੀਵਾਣੂਆਂ ਦੁਆਰਾ, ਬੈਕਟੀਰੀਆ ਦੁਆਰਾ, ਜੋ ਮੀਜ਼ਲਸ ਹੈ ਕਣਪੇੜੇ ਉਹ ਵਿਸ਼ਾਣੂ ਭਾਵ ਕਿ ਵਾਇਰਸ ਦੁਆਰਾ, ਚਿਕਨ ਪੌਕਸ ਚੇਚਕ ਇਹ ਵੀ ਵਾਇਰਲ ਡਿਜ਼ੀਜ਼ ਹੈ, ਇਹ ਵਾਇਰਸਿਸ ਦੁਆਰਾ ਫੈਲਾਈ ਜਾਂਦੀ ਹੈ ਤੇ ਪੋਲੀਓ ਇਹ ਵੀ ਵਿਸ਼ਾਣੂਆਂ ਦੁਆਰਾ ਭਾਵ ਕਿ ਵਾਇਰਸ ਦੇ ਦੁਆਰਾ। ਇਹ ਸਾਰੇ ਵਿਸ਼ਾਣੂ ਸਾਡੇ ਸਰੀਰ ਦੇ ਅੰਦਰ ਕਿੱਦਾਂ ਦਾਖਲ ਹੁੰਦੇ ਹਨ? ਹਵਾ ਰਾਹੀਂ। ਤੇ ਇਹਨਾਂ ਤੋਂ ਬਚਾਓ ਦਾ ਕੀ ਤਰੀਕਾ ਹੈ? ਰੋਗੀ ਨੂੰ ਅਲੱਗ ਰੱਖੋ। ਜੇ ਕਿਸੇ ਨੂੰ ਬਿਮਾਰੀ ਹੋ ਜਾਂਦੀ ਹੈ ਤਾਂ ਉਹਨੂੰ ਦੂਜੇ ਤੰਦਰੁਸਤ ਵਿਅਕਤੀਆਂ ਤੋਂ ਅਲੱਗ ਰੱਖਣਾ ਚਾਹੀਦਾ ਹੈ। ਰੋਗੀ ਦੁਆਰਾ ਵਰਤੇ ਜਾਣ ਵਾਲੇ ਬਰਤਨ, ਕੱਪੜੇ ਅਤੇ ਹੋਰ ਸਾਮਾਨ ਬਾਕੀ ਮੈਂਬਰਾਂ ਤੋਂ ਅਲੱਗ ਰੱਖੋ। ਤੀਜਾ, ਉਚਿਤ ਸਮੇਂ ਤੇ ਟੀਕਾਕਰਨ ਕਰਵਾਓ। ਸੋ ਜੋ ਪਹਿਲੇ ਦੋ ਉਪਾਅ ਹਨ ਉਹ ਤਾਂ ਕੰਮ ਆਉਂਦੇ ਹਨ ਜੇ ਕਿਸੇ ਵਿਅਕਤੀ ਨੂੰ ਇਹ ਹੋ ਜਾਂਦਾ ਹੈ, ਪਰੰਤੂ ਜੋ ਤੀਜਾ ਉਪਾਅ ਹੈ ਟੀਕਾਕਰਨ ਦਾ ਉਹ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜੇਕਰ ਟੀਕਾਕਰਨ ਹੋਇਆ ਹੋਏਗਾ ਤਾਂ ਜੋ ਇਨਸਾਨ ਹੈ ਉਹ ਇਸ ਦੀ ਚਪੇਟ ਵਿੱਚ ਆਏਗਾ ਹੀ ਨਹੀਂ। ਸੋ ਇਹ ਬਹੁਤ ਹੀ ਮਹੱਤਵਪੂਰਨ ਹੈ। ਸੋ ਅਗਲਾ ਭਾਗ ਜੋ ਹੈ ਹੈਜ਼ਾ
ਹੈਜ਼ੇ ਬਾਰੇ ਅਸੀਂ ਕੀ ਪੜ੍ਹਿਆ, ਇਸ ਨੂੰ ਇੰਗਲਿਸ਼ ਵਿੱਚ ਕੀ ਆਖਦੇ ਨੇ? ਕਾਲਰਾ, ਮਿਆਦੀ ਬੁਖਾਰ। ਇਹ ਦੋਨੋਂ ਹੀ ਬੈਕਟੀਰੀਅਲ ਨੇ, ਜੀਵਾਣੂਆਂ ਦੁਆਰਾ ਫੈਲਾਏ ਜਾਂਦੇ ਨੇ, ਜੀਵਾਣੂਆਂ ਦੁਆਰਾ ਫੈਲਾਏ ਜਾਂਦੇ ਨੇ। ਸੋ ਇਹ ਤੁਹਾਡੇ ਸਰੀਰ ਦੇ ਅੰਦਰ ਦਾਖਲ ਕਿਵੇਂ ਹੁੰਦੇ ਨੇ? ਪਾਣੀ ਅਤੇ ਭੋਜਨ ਰਾਹੀਂ। ਪੂਰਨ ਤੌਰ ਤੇ ਨਿੱਜੀ ਸਫਾਈ ਅਤੇ ਮਲ ਮੂਤਰ ਦਾ ਯੋਗ ਨਿਪਟਾਰਾ। ਸੋ ਤੁਹਾਨੂੰ ਬਹੁਤ ਹੀ ਜ਼ਿਆਦਾ ਸਫਾਈ ਰੱਖਣੀ ਚਾਹੀਦੀ ਹੈ ਨਿੱਜੀ ਤੌਰ ਤੇ। ਪੂਰੀ ਤਰ੍ਹਾਂ ਪੱਕਿਆ ਸ਼ੁੱਧ ਭੋਜਨ ਖਾਧਾ ਜਾਵੇ, ਪਾਣੀ ਉਬਾਲ ਕੇ ਪੀਤਾ ਜਾਵੇ, ਉਚਿਤ ਸਮੇਂ ਤੇ ਟੀਕਾਕਰਨ ਕਰਵਾਇਆ ਜਾਵੇ। ਸੋ ਇਹ ਜੋ 4 ਉਪਾਅ ਹਨ, ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਇਹਨਾਂ ਤੋਂ ਬਿਮਾਰੀਆਂ ਤੋਂ ਹਮੇਸ਼ਾ ਲਈ ਬਚੇ ਹੋ। ਹੈਪੇਟਾਈਟਸ ਏ, ਇਹ ਵਾਇਰਲ ਡਿਜ਼ੀਜ਼ ਹੈ, ਇਹ ਵਿਸ਼ਾਣੂਆਂ ਦੁਆਰਾ ਫੈਲਾਈ ਜਾਂਦੀ ਹੈ ਤੇ ਇਹ ਤੁਹਾਡੇ ਸਰੀਰ ਦੇ ਅੰਦਰ ਪਾਣੀ ਦੁਆਰਾ ਦਾਖਲ ਹੁੰਦੇ ਹਨ। ਇਸ ਤੋਂ ਬਚਿਆ ਕਿਵੇਂ ਜਾਵੇ? ਉਬਲੇ ਹੋਏ ਪਾਣੀ ਦੀ ਵਰਤੋਂ ਕਰੋ ਅਤੇ ਉਚਿਤ ਸਮੇਂ ਤੇ ਟੀਕਾਕਰਨ ਕਰੋ। ਨੰਬਰ 4 ਮਲੇਰੀਆ। ਮਲੇਰੀਆ ਜੋ ਹੈ ਉਹ ਪ੍ਰੋਟੋਜ਼ੋਆ ਦੁਆਰਾ ਫੈਲਾਇਆ ਜਾਂਦਾ ਹੈ। ਮਾਦਾ ਐਨੋਫਿਲਿਸ ਮੱਛਰ ਇਸ ਦਾ ਕੈਰੀਅਰ ਹੈ, ਇਸ ਦਾ ਵਾਹਕ ਹੈ। ਇਸ ਤੋਂ ਬਚਿਆ ਕਿਵੇਂ ਜਾਵੇ? ਮੱਛਰਦਾਨੀਆਂ ਦੀ ਜਾਂ ਮੱਛਰ ਭਜਾਉਣ ਵਾਲੇ ਪਦਾਰਥਾਂ ਦੀ ਵਰਤੋਂ ਕਰਨੀ ਹੈ। ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਹੈ। ਮੱਛਰਾਂ ਦੇ ਵਾਧੇ ਨੂੰ ਕਾਬੂ ਕਰਨ ਲਈ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਹੈ। ਸੋ ਇਹ ਜੋ ਕੁਝ ਉਪਾਅ ਹਨ, ਇਹ ਜੇ ਅਸੀਂ ਕਰਦੇ ਹਾਂ ਤਾਂ ਇੱਥੇ ਸਾਰੇ ਲਿਸਟ ਕੀਤੇ ਬਿਮਾਰੀਆਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਲੈਸਨ ਦਾ ਅਗਲਾ ਭਾਗ, ਜੀਵਾਂ ਜਾਂ ਪਸ਼ੂਆਂ ਵਿੱਚ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ। ਸੋ ਬਹੁਤ ਸਾਰੇ ਸੂਖਮ ਜੀਵ ਕੇਵਲ ਪੌਦਿਆਂ ਤੇ ਮਨੁੱਖਾਂ ਵਿੱਚ ਹੀ ਨਹੀਂ ਰੋਗ ਪੈਦਾ ਕਰਦੇ, ਬਲਕਿ ਜੰਤੂਆਂ ਐਨੀਮਲਸ ਵਿੱਚ ਵੀ ਰੋਗ ਪੈਦਾ ਕਰਦੇ ਹਨ। ਸੋ ਤੁਹਾਨੂੰ ਪਤਾ ਹੈ ਕਿ ਜੋ ਜਾਨਵਰ ਹਨ, ਪਾਲਤੂ ਜਾਨਵਰ ਖਾਸ ਕਰ, ਇਹ ਸਾਡੇ ਜੀਵਨ ਦਾ ਬਹੁਤ ਹੀ ਅਨਿੱਖੜਵਾਂ ਅੰਗ ਹਨ। ਸੋ ਇਹ ਜੋ ਹਨ, ਜੋ ਪੈਰਾਸਾਈਟਸ ਹਨ, ਜੋ ਸੂਖਮ ਜੀਵ ਹਨ ਹਾਨੀਕਾਰਕ, ਇਹ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਉਦਾਹਰਨ ਦੇ ਤੌਰ ਤੇ ਐਂਥ੍ਰੈਕਸ ਰੋਗ ਮਨੁੱਖਾਂ ਅਤੇ ਜੰਤੂਆਂ ਵਿੱਚ ਜੀਵਾਣੂਆਂ ਨਾਲ ਫੈਲਣ ਵਾਲਾ ਇੱਕ ਭਿਆਨਕ ਰੋਗ ਹੈ। ਪਸ਼ੂਆਂ ਵਿੱਚ ਹੋਣ ਵਾਲਾ ਮੂੰਹ ਖੁਰ ਦਾ ਰੋਗ ਵਿਸ਼ਾਣੂਆਂ ਕਾਰਨ ਹੁੰਦਾ ਹੈ। ਸੋ ਇਹ ਰਾਬਰਟ ਕੋਚ ਦੀ ਫੋਟੋ ਤਸਵੀਰ, ਇੱਕ ਸਾਇੰਸਦਾਨ ਸਨ, ਇੱਕ ਸਾਇੰਟਿਸਟ ਸਨ, ਜਿਨ੍ਹਾਂ ਨੇ ਕੀ ਕੀਤਾ, ਆਓ ਪੜ੍ਹੀਏ। ਰਾਬਰਟ ਕੋਚ ਨਾਂ ਦੇ ਵਿਗਿਆਨੀ ਨੇ 1876 ਈਸਵੀ ਵਿੱਚ ਬੈਸਿਲਸ ਐਂਥ੍ਰਾਸਿਸ ਨਾਂ ਦੇ ਜੀਵਾਣੂ ਦੀ ਖੋਜ ਕੀਤੀ, ਜੋ ਐਂਥ੍ਰੈਕਸ ਨਾਂ ਦੇ ਰੋਗ ਪੈਦਾ ਕਰਨ ਵਿੱਚ ਕਾਰਨ ਬਣਦਾ ਹੈ। ਸੋ ਜਿਹੜੇ ਰੋਗ ਨੂੰ ਅਸੀਂ ਪਿਛਲੇ ਪੇਜ ਤੇ ਡਿਸਕਸ ਕੀਤਾ ਹੈ, ਉਹਦਾ ਕਾਰਨ ਕਿਹੜਾ ਜੀਵਾਣੂ ਹੈ? ਉਹਦਾ ਕਾਰਨ ਹੈ ਬੈਸਿਲਸ ਐਂਥ੍ਰਾਸਿਸ। ਪੌਦਿਆਂ ਵਿੱਚ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ, ਮਾਈਕਰੋ ਆਰਗੈਨਿਜ਼ਮ ਕਾਜ਼ਿੰਗ ਡਿਜ਼ੀਜ਼ ਇਨ ਪਲਾਂਟਸ। ਸੋ ਜੋ ਪੌਦੇ ਹਨ ਉਹ ਵੀ ਸਾਡੇ ਲਈ ਬਹੁਤ ਜ਼ਰੂਰੀ ਹਨ, ਸਾਡੇ ਖਾਦ ਪਦਾਰਥ ਲਈ, ਸਾਡੇ ਜ਼ਿੰਦਗੀ ਦੇ ਹੋਰ ਕਈ ਪਹਿਲੂਆਂ ਲਈ, ਪੱਖਾਂ ਲਈ ਜੋ ਪੌਦੇ ਹਨ ਬੜੇ ਹੀ ਲਾਭਦਾਇਕ ਹਨ। ਇਹਨਾਂ ਨੂੰ ਵੀ ਜੋ ਇਹ ਸੂਖਮ ਜੀਵ ਹਨ ਨੁਕਸਾਨ ਪਹੁੰਚਾਉਂਦੇ ਹਨ। ਬਹੁਤ ਸਾਰੇ ਸੂਖਮ ਜੀਵ ਅਜਿਹੇ ਹਨ ਜੋ ਕਣਕ, ਧਾਨ, ਆਲੂ, ਗੰਨਾ, ਸੰਤਰਾ, ਸੇਬ ਅਤੇ ਹੋਰ ਕਈ ਪੌਦਿਆਂ ਵਿੱਚ ਰੋਗ ਦਾ ਕਾਰਨ ਬਣਦੇ ਹਨ। ਸੋ ਇਹ ਜੋ ਐਗਜ਼ਾਮਪਲਸ ਹਨ, ਇਹਨਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਜੋ ਕਿਸੇ ਵੀ ਤਰ੍ਹਾਂ ਦੀ ਕਿਸਮ, ਕਿਸੇ ਵੀ ਤਰ੍ਹਾਂ ਦਾ ਪੌਦਾ, ਕਿਸੇ ਵੀ ਤਰ੍ਹਾਂ ਦਾ ਖਾਦ ਪਦਾਰਥ ਹੈ ਜੋ ਉਹ ਇਹਨਾਂ ਦੇ ਇਫੈਕਟ ਤੋਂ, ਇਹਨਾਂ ਦੇ ਅਸਰ ਤੋਂ ਬਚਿਆ ਨਹੀਂ ਹੈ, ਚਾਹੇ ਉਹ ਕਣਕ ਤੇ ਧਾਨ ਹੋਵੇ, ਚਾਹੇ ਉਹ ਆਲੂ ਤੇ ਗੰਨਾ ਹੋਵੇ ਅਤੇ ਚਾਹੇ ਉਹ ਸੇਬ ਤੇ ਸੰਤਰੇ ਹੋਣ। ਸੋ ਭਾਵ ਕਿ ਅਨਾਜ, ਸਬਜ਼ੀਆਂ ਅਤੇ ਫਲ ਤਿੰਨੋਂ ਜੋ ਸ਼੍ਰੇਣੀਆਂ ਹਨ, ਇਹ ਸੂਖਮ ਜੀਵਾਂ ਦੀ ਚਪੇਟ ਵਿੱਚ ਆ ਜਾਂਦੀਆਂ ਹਨ। ਰੋਗ ਫਸਲ ਦੀ ਉਪਜ ਨੂੰ ਘਟਾ ਦਿੰਦੇ ਹਨ। ਇਹਨਾਂ ਰੋਗਾਂ ਨੂੰ ਕਾਬੂ ਕਰਨ ਲਈ ਕੁਝ ਰਸਾਇਣਾਂ, ਭਾਵ ਕਿ ਰਸਾਇਣਾਂ ਨੂੰ ਅੰਗਰੇਜ਼ੀ ਵਿੱਚ ਕੀ ਆਖਾਂਗੇ, ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਰੋਗ ਪੈਦਾ ਕਰਨ ਵਾਲੇ ਸੂਖਮ ਜੀਵਾਂ ਨੂੰ ਮਾਰ ਦਿੰਦੇ ਹਨ। ਸੋ ਇਹ ਜੋ ਤਰੀਕਾ ਹੈ ਜੋ ਕਿ ਪੌਦਿਆਂ ਨੂੰ ਇਹਨਾਂ ਤੋਂ, ਸੂਖਮ ਜੀਵਾਂ ਤੋਂ, ਹਾਨੀਕਾਰਕ ਸੂਖਮ ਜੀਵਾਂ ਤੋਂ ਬਚਾਉਣ ਦਾ ਹੈ, ਕੀ ਕੀਤਾ ਜਾਂਦਾ ਹੈ ਕਿ ਇਹਨਾਂ ਉੱਪਰ ਕੁਝ ਕੈਮੀਕਲਸ ਦੀ ਸਪਰੇਅ ਕੀਤੀ ਜਾਂਦੀ ਹੈ, ਇਹਨਾਂ ਉੱਪਰ ਕੁਝ ਕੈਮੀਕਲ ਪਾਇਆ ਜਾਂਦਾ ਹੈ, ਜਿਸ ਨਾਲ ਕਿ ਇਹ ਜੋ ਸੂਖਮ ਜੀਵ ਹਨ ਇਹ ਮਰ ਜਾਂਦੇ ਹਨ। ਲੈਸਨ ਦਾ ਅਗਲਾ ਭਾਗ, ਸਾਰਣੀ 2.2, ਸੂਖਮ ਜੀਵਾਂ ਕਾਰਨ ਪੈਦਾ ਹੋਣ ਵਾਲੇ ਕੁਝ ਆਮ ਪੌਦਾ ਰੋਗ। ਸਿਟਰਸ ਕੈਂਕਰ, ਇਹ ਜੀਵਾਣੂ ਭਾਵ ਕਿ ਬੈਕਟੀਰੀਆ ਦੁਆਰਾ ਫੈਲਾਇਆ ਜਾਂਦਾ ਹੈ ਤੇ ਫੈਲਣ ਦਾ ਤਰੀਕਾ ਕੀ ਹੈ? ਇਹ ਬੈਕਟੀਰੀਆ ਹਵਾ ਵਿੱਚ ਹੁੰਦੇ ਹਨ ਅਤੇ ਜੋ ਹਨ ਇਹ ਪੌਦੇ ਨੂੰ ਸੰਕਰਮਿਤ ਕਰ ਦਿੰਦੇ ਹਨ। ਕਣਕ ਦੀ ਕੁੰਗੀ ਨੂੰ ਅੰਗਰੇਜ਼ੀ ਵਿੱਚ ਆਪਾਂ ਆਖਾਂਗੇ ਵੀਟ ਰਸਟ। ਇਹ ਉੱਲੀ, ਐਲਗੀ ਦੁਆਰਾ ਫੈਲਾਈ ਜਾਂਦੀ ਹੈ ਅਤੇ ਇਹ ਹਵਾ ਤੇ ਨਾਲ ਹੀ ਬੀਜਾਣੂ, ਜਿਵੇਂ ਕਿ ਜੋ ਫੰਗਸ ਹੁੰਦੀ ਹੈ, ਜੋ ਕਿ ਉੱਲੀਆਂ ਹੁੰਦੀਆਂ ਹਨ, ਉਹ ਬੀਜਾਣੂਆਂ ਰਾਹੀਂ ਇੱਧਰ ਉੱਧਰ ਫੈਲਦੀਆਂ ਹਨ। ਸੋ ਬੀਜਾਣੂਆਂ ਰਾਹੀਂ ਜੋ ਸਪੋਰਸ ਹੁੰਦੇ ਹਨ, ਇਹ ਉੱਲੀਆਂ ਦੇ ਇੱਕ ਤਰ੍ਹਾਂ ਦੇ ਬੀਜ ਹੀ ਹੁੰਦੇ ਹਨ। ਸੋ ਜਦੋਂ ਇਹ ਸਪੋਰਸ ਇੱਕ ਥਾਂ ਤੋਂ ਦੂਜੀ ਥਾਂ ਹਵਾ ਰਾਹੀਂ ਲਿਜਾਏ ਜਾਂਦੇ ਹਨ ਤਾਂ ਦੂਜੀ ਥਾਂ ਤੇ ਜਾ ਕੇ ਇਹ ਉੱਲੀ ਉੱਗ ਜਾਂਦੀ ਹੈ ਤੇ ਜੋ ਹੋਸਟ ਹੈ ਜਿਸ ਤੇ ਇਹ ਉੱਲੀ ਉੱਗਦੀ ਹੈ ਉਸ ਨੂੰ ਖਰਾਬ ਕਰ ਦਿੰਦੀ ਹੈ। ਯੈਲੋ ਵੇਨ ਮੋਜ਼ੈਕ ਰੋਗ ਭਿੰਡੀ ਦਾ,
ਯੈਲੋ ਵੇਨ ਮੋਜ਼ੈਕ ਆਫ ਲੇਡੀ ਫਿੰਗਰ। ਸੋ ਇਹ ਵਿਸ਼ਾਣੂ ਵਾਇਰਸ ਦੇ ਦੁਆਰਾ ਫੈਲਾਇਆ ਜਾਂਦਾ ਹੈ ਤੇ ਇਸ ਨੂੰ ਕੈਰੀ ਕੌਣ ਕਰਦੇ ਹਨ? ਕੀਟ। ਸੋ ਇਹ ਜੋ 3 ਤਰ੍ਹਾਂ ਦੀਆਂ ਬਿਮਾਰੀਆਂ ਹਨ, ਤੁਸੀਂ ਦੇਖੋਗੇ ਜੋ ਸਿਟਰਸ ਕੈਂਕਰ ਹੈ ਇਹ ਫਲਾਂ ਵਿੱਚ ਹੁੰਦਾ ਹੈ। ਇਹ ਜੋ ਕਣਕ ਦੀ ਕੁੰਗੀ ਹੈ ਇਹ ਕਣਕ ਵਿੱਚ ਹੀ ਹੁੰਦੀ ਹੈ ਜੋ ਕਿ ਇੱਕ ਅਨਾਜ ਹੈ। ਤੇ ਤੀਜੀ ਜੋ ਭਿੰਡੀ ਦੀ ਯੈਲੋ ਵੇਨ ਮੋਜ਼ੈਕ ਰੋਗ ਹੈ ਇਹ ਸਬਜ਼ੀਆਂ ਦਾ ਇੱਕ ਉਦਾਹਰਣ ਹੈ। ਸੋ ਜੋ ਇਹ ਸੂਖਮ ਜੀਵ ਹਨ ਹਾਨੀਕਾਰਕ, ਇਹ ਤਿੰਨੋਂ ਹੀ ਤਰ੍ਹਾਂ ਦੀ ਸ਼੍ਰੇਣੀਆਂ ਨੂੰ ਇਫੈਕਟ ਕਰਦੇ ਹਨ, ਪ੍ਰਭਾਵਿਤ ਕਰਦੇ ਹਨ। ਸੋ ਇਹ ਕੁਝ ਤਸਵੀਰਾਂ। ਸਿਟਰਸ ਕੈਂਕਰ ਜੇ ਕਿਸੇ ਫਲਦਾਰ ਪੌਦੇ ਨੂੰ ਹੋ ਜਾਂਦਾ ਹੈ ਤਾਂ ਫਸਲ ਤੇ ਇਸ ਤਰ੍ਹਾਂ ਦਾ ਦੇਖੋ ਬੁਰਾ ਅਸਰ ਪੈਂਦਾ ਹੈ, ਦਾਗਦਾਰ ਤੇ ਬਿਲਕੁਲ ਹੀ ਇਹ ਗਲ ਜਾਂਦੇ ਹਨ। ਤੇ ਉਸ ਦੇ ਬਾਅਦ ਜੋ ਕਣਕ ਦੀ ਕੁੰਗੀ ਦੇਖੋ, ਇਹ ਜੋ ਪੌਦਾ ਹੈ ਇਸ ਨੂੰ ਕਿੱਦਾਂ ਰਸਟ, ਇਸ ਨੂੰ ਵੀਟ ਰਸਟ, ਰਸਟ ਦਾ ਮਤਲਬ ਕੀ ਹੁੰਦਾ ਹੈ? ਰਸਟ ਦਾ ਮਤਲਬ ਹੁੰਦਾ ਹੈ ਜੰਗ, ਜਿਵੇਂ ਕਿ ਲੋਹੇ ਨੂੰ ਜੰਗ ਲੱਗ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਇਦਾਂ ਲੱਗ ਰਿਹਾ ਜਿਵੇਂ ਕਿ ਕਣਕ ਦੇ ਪੌਦੇ ਨੂੰ ਜੰਗ ਲੱਗ ਗਿਆ ਹੈ। ਤੇ ਇਸ ਤੋਂ ਬਾਅਦ ਭਿੰਡੀ ਦਾ ਯੈਲੋ ਵੇਨ ਮੋਜ਼ੈਕ ਰੋਗ। ਸੋ ਇਹ ਦੇਖੋ ਜੋ ਭਿੰਡੀ ਦਾ ਪੱਤਾ ਹੈ ਇਹ ਬਿਲਕੁਲ ਹੀ ਪੀਲਾ ਹੋ ਗਿਆ ਹੈ। ਵੇਨ ਦਾ ਮਤਲਬ ਹੁੰਦਾ ਨਾੜੀਆਂ। ਸੋ ਇਹ ਪੱਤੇ ਦੀਆਂ ਜੋ ਨਾੜੀਆਂ ਹਨ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਪੀਲੀਆਂ ਹੋ ਗਈਆਂ ਹਨ। ਸੋ ਇਸ ਨਾਲ ਕੀ ਹੁੰਦਾ ਕਿ ਜੋ ਪੱਤਾ ਹੈ ਉਹ ਫੋਟੋਸਿੰਥੇਸਿਸ ਪ੍ਰੋਪਰ ਨਹੀਂ ਕਰ ਪਾਉਂਦਾ ਅਤੇ ਖਾਣਾ ਨਹੀਂ ਬਣਾ ਪਾਉਂਦਾ ਅਤੇ ਇਸ ਦੀ ਜੋ ਸਿਹਤ ਹੈ ਉਹ ਖਰਾਬ ਹੋ ਜਾਂਦੀ ਹੈ। ਲੈਸਨ ਦਾ ਅਗਲਾ ਭਾਗ ਭੋਜਨ ਦਾ ਵਿਸ਼ੈਲਾਪਨ, ਭਾਵ ਕਿ ਫੂਡ ਪੋਇਜ਼ਨਿੰਗ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਜਦੋਂ ਤੁਹਾਨੂੰ ਕਈ ਵਾਰ ਪੇਟ ਤੁਹਾਡਾ ਖਰਾਬ ਹੋ ਜਾਂਦਾ ਹੈ ਜਾਂ ਤੁਹਾਨੂੰ ਉਲਟੀਆਂ ਆਉਂਦੀਆਂ ਤੇ ਤੁਸੀਂ ਜਦੋਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹੋ ਤਾਂ ਉਹ ਕਈ ਵਾਰ ਕਹਿੰਦਾ ਹੈ ਕਿ ਸ਼ਾਇਦ ਤੁਸੀਂ ਐਸਾ ਖਾ ਲਿਆ ਜਿਸ ਨਾਲ ਤੁਹਾਨੂੰ ਫੂਡ ਪੋਇਜ਼ਨਿੰਗ ਹੋ ਗਈ ਹੈ। ਸੋ ਪਹੇਲੀ ਨੂੰ ਉਸਦੀ ਸਹੇਲੀ ਨੇ ਇੱਕ ਪਾਰਟੀ ਤੇ ਆਉਣ ਲਈ ਸੱਦਾ ਭੇਜਿਆ। ਉੱਥੇ ਉਸਨੇ ਬਹੁਤ ਪ੍ਰਕਾਰ ਦੇ ਭੋਜਨ ਪਦਾਰਥਾਂ ਦਾ ਆਨੰਦ ਮਾਣਿਆ, ਪਰੰਤੂ ਘਰ ਆਉਂਦਿਆਂ ਹੀ ਕੀ ਹੋਇਆ? ਘਰ ਆਉਂਦਿਆਂ ਹੀ ਉਸਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਨੂੰ ਹਸਪਤਾਲ ਲਿਜਾਣਾ ਪਿਆ। ਸੋ ਤੁਸੀਂ ਇਹ ਬੜੀ ਆਮ ਜੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਵਿਆਹ ਤੋਂ ਕਿਸੇ ਪਾਰਟੀ ਤੋਂ ਆਉਂਦੇ ਹੋ ਤਾਂ ਕਈ ਵਾਰ ਤੁਹਾਡਾ ਜੋ ਪੇਟ ਖਰਾਬ ਹੋ ਜਾਂਦਾ ਹੈ, ਤੁਹਾਨੂੰ ਉਲਟੀਆਂ ਲੱਗ ਜਾਂਦੀਆਂ ਨੇ। ਤੇ ਇਹੀ ਕਿੱਸਾ ਪਹੇਲੀ ਨਾਲ ਵੀ ਹੋਇਆ। ਡਾਕਟਰ ਨੇ ਦੱਸਿਆ ਕਿ ਇਸ ਦੀ ਅਜਿਹੀ ਹਾਲਤ ਭੋਜਨ ਦੇ ਵਿਸ਼ੈਲੇਪਨ ਕਾਰਨ ਹੋ ਗਈ ਹੈ। ਪਹੇਲੀ ਇਹ ਜਾਣ ਕੇ ਕਨਫਿਊਜ਼ਡ ਹੈ, ਹੈਰਾਨ ਹੈ ਕਿ ਭੋਜਨ ਵਿਸ਼ੈਲਾ ਵੀ ਹੋ ਸਕਦਾ ਹੈ, ਵਿਸ਼ੈਲਾ ਕਿਵੇਂ ਹੋ ਸਕਦਾ ਹੈ। ਸੋ ਜਿੱਥੇ ਤੱਕ ਸਾਨੂੰ ਭੋਜਨ ਬਾਰੇ ਪਤਾ ਹੈ ਕਿ ਭੋਜਨ ਤਾਂ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ, ਬਹੁਤ ਹੀ ਲਾਭਕਾਰੀ ਹੈ, ਇਹ ਸਾਨੂੰ એનર્ਜੀ ਦਿੰਦਾ, ਸਾਨੂੰ ਊਰਜਾ ਦਿੰਦਾ, ਪਰੰਤੂ ਪਹੇਲੀ ਇਹ ਜਾਣ ਕੇ ਜਦੋਂ ਪਹੇਲੀ ਨੂੰ ਪਤਾ ਚੱਲਿਆ ਕਿ ਭੋਜਨ ਵਿਸ਼ੈਲਾ ਵੀ, ਪੋਇਜ਼ਨਸ ਵੀ ਹੋ ਸਕਦਾ ਹੈ ਤਾਂ ਉਹ ਬੜੀ ਹੀ ਕਨਫਿਊਜ਼ਡ ਹੈ, ਉਹ ਬੜੀ ਹੀ ਹੈਰਾਨ ਹੈ। ਸੂਖਮ ਜੀਵਾਂ ਦੁਆਰਾ ਦੂਸ਼ਿਤ ਕੀਤਾ ਭੋਜਨ ਜ਼ਹਿਰੀਲਾ ਹੋ ਸਕਦਾ ਹੈ। ਭੋਜਨ ਪਦਾਰਥਾਂ ਵਿੱਚ ਵਾਧਾ ਕਰ ਰਹੇ ਸੂਖਮ ਜੀਵ ਜ਼ਹਿਰੀਲੇ ਪਦਾਰਥ ਭਾਵ ਕਿ ਕੈਮੀਕਲਸ ਪੈਦਾ ਕਰਦੇ ਹਨ। ਇਹ ਭੋਜਨ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ ਅਤੇ ਵਿਅਕਤੀ ਲਈ ਗੰਭੀਰ ਬਿਮਾਰੀ ਜਾਂ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਸੋ ਇਹ ਡਿਪੈਂਡ ਕਰਦਾ ਹੈ ਕਿ ਜੋ ਤੁਸੀਂ ਭੋਜਨ ਖਾਧਾ ਹੈ, ਜੋ ਖਾਦ ਪਦਾਰਥ ਖਾਧਾ ਹੈ, ਉਹ ਕਿੰਨਾ ਵਿਸ਼ੈਲਾ ਹੈ। ਜੇ ਉਹ ਥੋੜਾ ਵਿਸ਼ੈਲਾ ਹੈ ਤਾਂ ਤੁਹਾਡੀ ਤਬੀਅਤ ਖਰਾਬ ਕਰ ਦੇਗਾ, ਤੁਹਾਡਾ ਪੇਟ ਖਰਾਬ ਕਰ ਦੇਗਾ, ਤੁਹਾਨੂੰ ਉਲਟੀਆਂ ਲਗਾਏਗਾ। ਜੇ ਉਹ ਜ਼ਿਆਦਾ ਖਰਾਬ ਭੋਜਨ ਤੁਸੀਂ ਖਾ ਲਿਆ ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਸੋ ਇਹ ਬਹੁਤ ਹੀ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੋਈ ਖਾਦ ਪਦਾਰਥ ਦਾ ਸੇਵਨ ਕਰਦੇ ਹੋ ਤਾਂ ਉਹ ਦੇਖੋ ਉਹ ਢਕਿਆ ਹੋਇਆ ਪ੍ਰੋਪਰਲੀ ਤੇ ਉਹ ਜ਼ਿਆਦਾ ਬਾਸਾ ਤਾਂ ਨਹੀਂ, ਤਾਜ਼ਾ ਹੈ। ਇਹ ਚੀਜ਼ਾਂ ਦੇਖ ਕੇ ਅਸੀਂ ਇਹ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਅਸੀਂ ਜੋ ਭੋਜਨ ਖਾ ਰਹੇ ਹਾਂ ਉਹ ਸਾਡੇ ਲਈ ਹਾਨੀਕਾਰਕ ਨਹੀਂ ਹੈ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਭੋਜਨ ਨੂੰ ਵਿਸ਼ੈਲਾ ਹੋਣ ਤੋਂ ਬਚਾਉਣ ਲਈ ਕਿਸੇ ਚੰਗੇ ਢੰਗ ਨਾਲ ਸੁਰੱਖਿਅਤ ਰੱਖੀਏ। ਸੋ ਜੋ ਭੋਜਨ ਨੂੰ ਵਿਸ਼ੈਲੇਪਨ ਤੋਂ ਬਚਾਉਣ ਦੇ ਜੋ ਢੰਗ ਹਨ ਇਸ ਲੈਸਨ ਦੇ ਅਗਲੇ ਭਾਗ ਵਿੱਚ ਅਸੀਂ ਪੜਾਂਗੇ। ਸੋ ਇੱਕ ਤਸਵੀਰ ਹੈ, ਇੱਕ ਫੋਟੋਗ੍ਰਾਫ ਹੈ ਜਿਸ 'ਚ ਕਿ ਦੇਖੋ ਤੁਸੀਂ ਇਹ ਜੀਵਾਣੂ ਜੋ ਹਨ ਇਹ ਖਾਦ ਪਦਾਰਥ ਵਿੱਚ ਗਰੋ ਕਰ ਰਹੇ ਹਨ। ਸੋ ਇਹ ਖਾਦ ਪਦਾਰਥ ਵਿੱਚ ਜੀਵਾਣੂ ਜੋ ਹੁੰਦੇ ਹਨ ਉਹ ਹਮੇਸ਼ਾ ਤੋਂ ਮੌਜੂਦ ਹੁੰਦੇ ਹਨ। ਉਹਨਾਂ ਦੀ ਗਿਣਤੀ ਹੀ ਡਿਸਾਈਡ ਕਰਦੀ ਹੈ ਕਿ ਉਹ ਵਿਸ਼ੈਲਾ ਹੈ ਕਿ ਵਿਸ਼ੈਲਾ ਨਹੀਂ ਹੈ। ਜੇ ਤੁਸੀਂ ਕਹੋ ਕਿ ਜੋ ਤੰਦਰੁਸਤ ਭੋਜਨ ਹੈ, ਜੋ ਸਹੀ ਭੋਜਨ ਹੈ, ਉਸ ਵਿੱਚ ਮਾਈਕਰੋ ਆਰਗੈਨਿਜ਼ਮ ਜਾਂ ਕਿ ਸੂਖਮ ਜੀਵ ਬਿਲਕੁਲ ਨਹੀਂ ਹਨ, ਇਹ ਬਿਲਕੁਲ ਗਲਤ ਹੈ। ਹਰ ਇੱਕ ਭੋਜਨ, ਹਰ ਇੱਕ ਹਵਾ ਦੇ ਕਣ ਵਿੱਚ, ਹਰ ਇੱਕ ਥਾਂ ਦੀ ਹਵਾ ਵਿੱਚ, ਹਰ ਇੱਕ ਪਾਣੀ ਵਿੱਚ ਸੂਖਮ ਜੀਵ ਹੁੰਦੇ ਹਨ, ਪਰੰਤੂ ਉਹਨਾਂ ਦੀ ਗਿਣਤੀ ਹੀ ਡਿਸਾਈਡ ਕਰਦੀ ਹੈ ਕਿ ਉਹ ਹੈਲਦੀ ਹੈ ਜਾਂ ਕਿ ਤੁਹਾਡੇ ਵਾਸਤੇ ਹਾਨੀਕਾਰਕ ਹੈ। ਪਹਿਲੇ ਅਧਿਆਏ ਵਿੱਚ ਭੋਜਨ ਦਾ ਸੁਰੱਖਿਅਣ, ਇਸ ਸੁਰੱਖਿਅਣ ਨੂੰ ਇੰਗਲਿਸ਼ ਵਿੱਚ ਕੀ ਕਹਾਂਗੇ? ਪ੍ਰੀਜ਼ਰਵੇਸ਼ਨ ਆਫ ਫੂਡ। ਪਹਿਲੇ ਅਧਿਆਏ ਵਿੱਚ ਅਸੀਂ ਅਨਾਜਾਂ ਨੂੰ ਸੁਰੱਖਿਅਤ ਰੱਖਣ ਦਾ ਢੰਗ ਬਾਰੇ ਪੜ੍ਹ ਚੁੱਕੇ ਹਾਂ। ਸੋ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਅਨਾਜ ਅਤੇ ਭੰਡਾਰਨ ਬਾਰੇ ਪੜ੍ਹਿਆ ਸੀ ਤੇ ਉਹਨਾਂ ਨੂੰ ਕਿਵੇਂ ਅਸੀਂ ਸੁਰੱਖਿਅਤ ਰੱਖਦੇ ਹਾਂ। ਅਸੀਂ ਘਰ ਵਿੱਚ
ਪੱਕੇ ਹੋਏ ਭੋਜਨ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ? ਤੁਸੀਂ ਜਾਣਦੇ ਹੋ ਕਿ ਜੇਕਰ ਨਮੀ ਵਾਲੀ ਬ੍ਰੈਡ ਡਬਲ ਰੋਟੀ ਅਣਵਰਤੀ ਰਹਿ ਜਾਵੇ ਤਾਂ ਉਸ ਉੱਪਰ ਉੱਲੀ ਉੱਗ ਆਉਂਦੀ ਹੈ। ਇਸ ਤਰ੍ਹਾਂ ਸੂਖਮ ਜੀਵ ਸਾਡੇ ਭੋਜਨ ਨੂੰ ਖਰਾਬ ਕਰ ਦਿੰਦੇ ਹਨ। ਖਰਾਬ ਭੋਜਨ ਬਦਬੂ ਛੱਡਦਾ ਹੈ, ਉਸ ਦਾ ਸਵਾਦ ਖਰਾਬ ਹੋ ਜਾਂਦਾ ਹੈ ਅਤੇ ਰੰਗ ਬਦਲ ਜਾਂਦਾ ਹੈ। ਕੀ ਭੋਜਨ ਦਾ ਖਰਾਬ ਹੋਣਾ ਇੱਕ ਰਸਾਇਣਿਕ ਕਿਰਿਆ ਹੈ? ਇਜ਼ ਇਟ ਅ ਕੈਮੀਕਲ ਰਿਐਕਸ਼ਨ? ਸੋ ਇਹ ਤੁਸੀਂ ਅੱਗੇ ਜਾ ਕੇ ਜਾਣੋਗੇ। ਇਹ ਤੁਸੀਂ ਦੇਖ ਸਕਦੇ ਹੋ ਨਾਲ ਹੀ ਇੱਕ ਤਸਵੀਰ ਬ੍ਰੈਡ ਦੀ, ਜੋ ਕਿ ਪੂਰੀ ਤਰ੍ਹਾਂ ਉੱਲੀ ਨੇ ਖਰਾਬ ਕਰ ਦਿੱਤੀ ਹੈ। ਪਹੇਲੀ ਨੇ ਕੁਝ ਅੰਬ ਖਰੀਦੇ। ਇਹ ਪਹੇਲੀ ਤੁਸੀਂ ਇਸ ਤੋਂ ਜਾਣੂ ਹੋ। ਇਹ ਕਿਰਦਾਰ ਹੈ, ਇੱਕ ਲੜਕੀ ਹੈ, ਛੋਟੀ ਬੱਚੀ ਹੈ, ਜੋ ਕਿ ਤੁਹਾਡੀ ਕਿਤਾਬ ਦਾ ਇੱਕ ਕਿਰਦਾਰ ਹੈ, ਜੋ ਕਿ ਹਰ ਲੈਸਨ ਵਿੱਚ ਆਉਂਦਾ ਹੈ। ਪਹੇਲੀ ਨੇ ਕੁਝ ਅੰਬ ਖਰੀਦੇ ਅਤੇ ਉਹ ਉਹਨਾਂ ਨੂੰ ਕੁਝ ਦਿਨ ਖਾ ਨਾ ਸਕੀ। ਉਸਨੇ ਵੇਖਿਆ ਕਿ ਅੰਬ ਖਰਾਬ ਹੋ ਗਏ ਹਨ ਅਤੇ ਗਲ ਗਏ ਹਨ, ਪਰੰਤੂ ਉਹ ਹੈਰਾਨ ਹੈ। ਇਸ ਲਈ ਕਿਉਂ ਹੈਰਾਨ ਹੈ? ਕਿਉਂਕਿ ਉਸਦੇ ਦਾਦੀ ਜੀ ਦੁਆਰਾ ਬਣਾਇਆ ਗਿਆ ਅੰਬ ਦਾ ਅਚਾਰ ਤਾਂ ਖਰਾਬ ਨਹੀਂ ਹੁੰਦਾ। ਉਹ ਪਰੇਸ਼ਾਨ ਤੇ ਕਨਫਿਊਜ਼ਡ ਹੈ ਕਿ ਜੇ ਉਸਦੇ ਦਾਦੀ ਜੀ ਦੁਆਰਾ ਬਣਾਇਆ ਅੰਬ ਦਾ ਅਚਾਰ ਖਰਾਬ ਨਹੀਂ ਹੁੰਦਾ ਤਾਂ ਫਿਰ ਉਸਦੇ ਅੰਬ ਕੁਝ ਹੀ ਦਿਨਾਂ ਵਿੱਚ ਗਲ ਕਿਉਂ ਗਏ ਤੇ ਖਰਾਬ ਕਿਉਂ ਹੋ ਗਏ। ਸ਼ਬਦ ਦਾ ਅਗਲਾ ਭਾਗ, ਆਓ ਆਪਾਂ ਆਪਣੇ ਘਰਾਂ ਵਿੱਚ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਜਾਣ ਵਾਲੇ ਆਮ ਢੰਗਾਂ ਬਾਰੇ ਪੜ੍ਹੀਏ। ਸਾਨੂੰ ਆਪਣੇ ਭੋਜਨ ਨੂੰ ਸੂਖਮ ਜੀਵਾਂ ਦੇ ਹਮਲੇ ਤੋਂ ਬਚਾ ਕੇ ਰੱਖਣਾ ਪਵੇਗਾ, ਕਿਉਂਕਿ ਜਿੱਦਾਂ ਹੀ ਇਹ ਸੂਖਮ ਜੀਵਾਂ ਦੇ ਹਮਲੇ ਵਿੱਚ ਤੇ ਪ੍ਰਭਾਵ ਵਿੱਚ ਆਉਂਦੇ ਹਨ, ਇਹ ਜ਼ਹਿਰੀਲੇ ਹੋ ਜਾਂਦੇ ਹਨ। ਇਸ ਕਾਰਨ ਇਹਨਾਂ ਨੂੰ ਸੂਖਮ ਜੀਵਾਂ ਤੋਂ ਬਚਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ। ਰਸਾਇਣਿਕ ਢੰਗ ਭਾਵ ਕਿ ਕੈਮੀਕਲ ਤਰੀਕੇ, ਇਹਨਾਂ ਤਰੀਕਿਆਂ ਵਿੱਚ ਆਮ ਕਰਕੇ ਜੋ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ। ਨਮਕ ਨੂੰ ਅੰਗਰੇਜ਼ੀ ਵਿੱਚ ਆਖਾਂਗੇ ਸਾਲਟ, ਅਤੇ ਖਾਣ ਵਾਲਾ ਤੇਲ ਐਡੀਬਲ ਆਇਲ ਕੁਝ ਆਮ ਰਸਾਇਣ ਹਨ ਜਿਨ੍ਹਾਂ ਦੀ ਸੂਖਮ ਜੀਵਾਂ ਦੇ ਵਾਧੇ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ। ਤੁਸੀਂ ਦੇਖੋਗੇ ਕਿ ਇੱਥੇ ਜਿੱਥੇ ਵੀ ਕਿਤੇ ਯੂਜ਼ ਹੋਇਆ ਤਾਂ ਉਹਨਾਂ ਦੇ ਵਾਧੇ ਨੂੰ ਜਾਂ ਉਹਨਾਂ ਨੂੰ ਖਤਮ ਕਰਨ ਦੀ ਗੱਲ ਹੋਈ ਹੈ। ਕਿਤੇ ਵੀ ਇਦਾਂ ਨਹੀਂ ਲਿਖਿਆ ਗਿਆ ਕਿ ਕੋਈ ਵੀ ਜਗ੍ਹਾ, ਕੋਈ ਵੀ ਖਾਣਾ, ਕੋਈ ਵੀ ਪੀਣ ਦਾ ਪਦਾਰਥ ਜਾਂ ਹਵਾ ਸੂਖਮ ਜੀਵਾਂ ਤੋਂ ਰਹਿਤ ਹੈ, ਕਿਉਂਕਿ ਇਦਾਂ ਹੈ ਨਹੀਂ। ਇਸੇ ਲਈ ਇਹਨਾਂ ਨੂੰ ਪਰਿਰੱਖਿਅਕ ਭਾਵ ਕਿ ਪ੍ਰੀਜ਼ਰਵੇਟਿਵਸ ਕਿਹਾ ਜਾਂਦਾ ਹੈ। ਅਸੀਂ ਅਚਾਰ ਨੂੰ ਸੂਖਮ ਜੀਵਾਂ ਦੇ ਹਮਲੇ ਤੋਂ ਬਚਾ ਕੇ ਰੱਖਣ ਲਈ ਉਹਨਾਂ ਵਿੱਚ ਕੀ ਕਰਦੇ ਹਾਂ? ਨਮਕ ਜਾਂ ਤੇਜ਼ਾਬ ਨੂੰ ਪਰਿਰੱਖਿਅਕ ਭਾਵ ਕਿ ਐਜ਼ ਅ ਪ੍ਰੀਜ਼ਰਵੇਟਿਵ ਪਰਿਰੱਖਿਅਕ ਦੇ ਤੌਰ ਤੇ ਮਿਲਾਉਂਦੇ ਹਾਂ। ਸੋਡੀਅਮ ਬੈਂਜ਼ੋਨੇਟ ਅਤੇ ਸੋਡੀਅਮ ਮੈਟਾਬਾਈਸਲਫੇਟ ਆਮ ਵਰਤੇ ਜਾਣ ਵਾਲੇ ਪਰਿਰੱਖਿਅਕ ਹਨ। ਇਹਨਾਂ ਨੂੰ ਜੈਮ ਅਤੇ ਸਕੁਐਸ਼ ਆਦਿ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। ਸੋ ਤੁਸੀਂ ਦੇਖੋਗੇ ਕਿ ਜੈਮ ਜਦ ਤੁਹਾਡੇ ਕੋਲ ਆਉਂਦਾ, ਤੁਹਾਡੇ ਘਰ ਵਿੱਚ ਪਹੁੰਚਦਾ, ਤੁਸੀਂ ਖਰੀਦ ਕੇ ਲਿਆਉਂਦੇ ਹੋ ਤਾਂ ਪਹਿਲਾਂ ਹੀ ਉਸਨੂੰ 2 ਤੋਂ 3 ਮਹੀਨੇ ਬਣੇ ਹੋ ਗਏ ਹੁੰਦੇ ਹਨ ਅਤੇ ਬਾਅਦ ਵਿੱਚ ਵੀ ਉਹ ਕਈ ਮਹੀਨਿਆਂ ਤੱਕ ਖਰਾਬ ਨਹੀਂ ਹੁੰਦਾ। ਅਤੇ ਇਸੇ ਤਰ੍ਹਾਂ ਜੋ ਸ਼ਰਬਤ ਤੁਸੀਂ ਲੈ ਕੇ ਆਉਂਦੇ ਹੋ, ਜੋ ਸਕੁਐਸ਼ ਤੁਸੀਂ ਲੈ ਕੇ ਆਉਂਦੇ ਹੋ, ਉਹ ਵੀ ਇਦਾਂ ਹੀ ਹੁੰਦਾ ਹੈ। ਉਸਦੀ ਜੋ ਉਮਰ ਹੁੰਦੀ ਹੈ ਉਹ ਲਗਭਗ 9 ਮਹੀਨਿਆਂ ਤੋਂ 1 ਸਾਲ ਤੱਕ ਹੁੰਦੀ ਹੈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹੀ ਹੈ ਜਿਨ੍ਹਾਂ ਵਿੱਚ ਜੋ ਰਸਾਇਣ, ਜੋ ਕੈਮੀਕਲਸ ਮਿਲਾਏ ਹੁੰਦੇ ਨੇ, ਜਿਨ੍ਹਾਂ ਨੂੰ ਕਿ ਅਸੀਂ ਪਰਿਰੱਖਿਅਕ ਭਾਵ ਕਿ ਪ੍ਰੀਜ਼ਰਵੇਟਿਵਸ ਕਹਿੰਦੇ ਆ, ਜੋ ਕਿ ਉਹਨਾਂ ਨੂੰ ਖਰਾਬ ਹੋਣ ਤੋਂ ਬਚਾ ਕੇ ਰੱਖਦੇ ਹਨ। ਜੋ ਦੂਜਾ ਤਰੀਕਾ ਹੈ, ਖਾਣ ਵਾਲੇ ਨਮਕ ਦੀ ਵਰਤੋਂ ਕਰਕੇ ਭੋਜਨ ਦਾ ਸੁਰੱਖਿਅਣ। ਬਹੁਤ ਪੁਰਾਣੇ ਸਮੇਂ ਤੋਂ ਮੀਟ ਅਤੇ ਮੱਛੀ ਨੂੰ ਸੁਰੱਖਿਅਤ ਰੱਖਣ ਲਈ ਨਮਕ ਦੀ ਵਰਤੋਂ ਕੀਤੀ ਜਾ ਰਹੀ ਹੈ। ਜੀਵਾਣੂਆਂ ਦੇ ਹਮਲੇ ਤੋਂ ਬਚਾਉਣ ਲਈ ਮੀਟ ਅਤੇ ਮੱਛੀ ਨੂੰ ਸੁੱਕੇ ਨਮਕ ਨਾਲ ਢੱਕ ਦਿੱਤਾ ਜਾਂਦਾ ਹੈ। ਔਲੇ, ਅੰਬ ਅਤੇ ਇਮਲੀ ਨੂੰ ਸੁਰੱਖਿਅਤ ਰੱਖਣ ਲਈ ਵੀ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਜੋ ਸਾਲਟ ਹੈ, ਜੋ ਕਾਮਨ ਸਾਲਟ ਹੈ, ਜੋ ਨਮਕ ਹੈ, ਉਹ ਇੱਕ ਬਹੁਤ ਹੀ ਕੁਦਰਤੀ ਪ੍ਰੀਜ਼ਰਵੇਟਿਵ ਹੈ। ਜ਼ਿਆਦਾਤਰ ਘਰੇਲੂ ਜੋ ਖਾਦ ਪਦਾਰਥ ਹਨ ਉਹਨਾਂ ਨੂੰ ਨਮਕ ਦੀ ਵਰਤੋਂ ਨਾਲ ਹੀ ਸੁਰੱਖਿਅਤ ਰੱਖਿਆ ਜਾਂਦਾ ਹੈ। ਚੀਨੀ ਦੀ ਵਰਤੋਂ ਕਰਕੇ, ਜੋ ਇਸ ਤੋਂ ਬਾਅਦ ਵਾਲਾ ਜੋ ਅਗਲਾ ਜੋ ਤਰੀਕਾ ਹੈ, ਉਹ ਚੀਨੀ ਦੀ ਵਰਤੋਂ ਕਰਕੇ ਭੋਜਨ ਦਾ ਪਰਿਰੱਖਿਅਣ। ਜੈਮ, ਜੈਲੀ, ਸਕੁਐਸ਼ ਦੀ ਸੁਰੱਖਿਅਤ ਰੱਖਣ ਲਈ ਚੀਨੀ, ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਚੀਨੀ ਕਰਦੀ ਕੀ ਹੈ? ਖੰਡ ਨਮੀ ਦੀ ਮਾਤਰਾ ਨੂੰ ਘਟਾ ਕੇ ਉਹਨਾਂ ਵਿੱਚ ਜੀਵਾਣੂਆਂ ਦੇ ਵਾਧੇ ਨੂੰ ਰੋਕ ਦਿੰਦੀ ਹੈ, ਜੋ ਭੋਜਨ ਨੂੰ ਖਰਾਬ ਕਰਦੇ ਹਨ। ਸੋ ਇਹਦੇ ਨਾਲ ਵੀ ਉਹੀ ਹੁੰਦਾ, ਇਸ ਨਾਲ ਚੀਨੀ ਦੀ ਵਰਤੋਂ ਨਾਲ ਵੀ ਜੋ ਜੀਵਾਣੂਆਂ ਦੀ ਜੋ ਗਰੋਥ ਹੈ, ਜੋ ਵਾਧਾ ਹੈ, ਜੋ ਵ੍ਰਿੱਧੀ ਹੈ, ਉਹ ਰੁਕ ਜਾਂਦੀ ਹੈ ਅਤੇ ਜੋ ਖਾਦ ਪਦਾਰਥ ਹੈ ਉਹ ਲੰਬੇ ਸਮੇਂ ਲਈ ਠੀਕ ਤੰਦਰੁਸਤ ਬਣਿਆ ਰਹਿੰਦਾ ਹੈ। ਇਸ ਤੋਂ ਅਗਲਾ ਤਰੀਕਾ, ਜੋ ਕਿ ਬੜਾ ਹੀ ਆਮ ਤਰੀਕਾ ਹੈ, ਤੇਲ ਅਤੇ ਸਿਰਕੇ ਦੀ ਵਰਤੋਂ ਕਰਕੇ ਭੋਜਨ ਦੀ ਸੁਰੱਖਿਆ।
ਤੇਲ ਅਤੇ ਸਿਰਕਾ ਅਚਾਰਾਂ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ। ਸੋ ਇੱਥੇ ਜਵਾਬ ਹੈ ਜੋ ਪਹੇਲੀ ਦੇ ਮਨ ਵਿੱਚ ਆਇਆ ਸੀ ਕਿ ਉਹਦੇ ਦਾਦੀ ਦੇ ਬਣਾਏ ਹੋਏ ਅੰਬ ਦੇ ਅਚਾਰ ਨੂੰ ਤਾਂ ਕੁਝ ਨਹੀਂ ਹੁੰਦਾ, ਪਰੰਤੂ ਉਹਦੇ ਅੰਬ ਜੋ ਕਿ ਉਹ ਖਰੀਦ ਕੇ ਲਿਆਈ ਸੀ ਉਹ ਕੁਝ ਹੀ ਦਿਨਾਂ ਵਿੱਚ ਕਿਵੇਂ ਖਰਾਬ ਹੋ ਗਏ। ਕਿਉਂ ਹੋ ਗਏ? ਕਿਉਂਕਿ ਜੋ ਉਹਦੇ ਦਾਦੀ ਜੀ ਦਾ ਅੰਬਾਂ ਦਾ ਅਚਾਰ ਹੈ ਉਹ ਉਸ ਵਿੱਚ ਤੇਲ ਜਾਂ ਫਿਰ ਸਿਰਕਾ ਮਿਲਾਇਆ ਹੁੰਦਾ। ਕਿਉਂਕਿ ਜੀਵਾਣੂ ਅਜਿਹੇ ਮਾਧਿਅਮ ਭਾਵ ਕਿ ਵਾਤਾਵਰਣ ਵਿੱਚ ਜਿਉਂਦੇ ਨਹੀਂ ਰਹਿ ਸਕਦੇ। ਸਬਜ਼ੀਆਂ, ਫਲ, ਮੱਛੀ ਅਤੇ ਮੀਟ ਅਕਸਰ ਹੀ ਇਸ ਵਿਧੀ ਰਾਹੀਂ ਸੁਰੱਖਿਅਤ ਰੱਖੇ ਜਾਂਦੇ ਹਨ। ਸੋ ਇਹ ਜੋ ਇਸ ਤਰੀਕੇ ਦੀ ਵਰਤੋਂ ਅਚਾਰ, ਸਬਜ਼ੀਆਂ, ਫਲ, ਮੱਛੀ ਆਦਿ ਨੂੰ ਬਚਾ ਕੇ ਰੱਖਣ ਵਾਸਤੇ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਦੇਖੋਗੇ ਤੁਹਾਨੂੰ ਅਚਾਰ ਜੋ ਹੈ ਬਾਜ਼ਾਰ ਵਿੱਚ ਮਿਲ ਜਾਂਦਾ ਹੈ, ਤੁਸੀਂ ਘਰ ਵਿੱਚ ਬਣਾ ਸਕਦੇ ਹੋ। ਸੋ ਇਹ ਇੱਕ ਤਰੀਕਾ ਹੈ ਚੀਜ਼ਾਂ ਨੂੰ ਲੰਬੇ ਸਮੇਂ ਲਈ ਪ੍ਰੀਜ਼ਰਵ ਕਰਕੇ ਰੱਖਣ ਦਾ, ਉਹਨਾਂ ਦਾ ਪਰਿਰਖਣ ਕਰਨ ਦਾ। ਤਾਪ ਅਤੇ ਠੰਡਕ ਦੁਆਰਾ ਉਪਚਾਰ। ਤੁਸੀਂ ਜ਼ਰੂਰ ਹੀ ਆਪਣੇ ਮਾਤਾ ਜੀ ਨੂੰ ਦੁੱਧ ਨੂੰ ਸਟੋਰ ਕਰਨ ਤੋਂ ਪਹਿਲਾਂ ਜਾਂ ਵਰਤਣ ਤੋਂ ਪਹਿਲਾਂ ਉਬਾਲਦੇ ਹੋਏ ਵੇਖਿਆ ਹੋਵੇਗਾ। ਸੋ ਤੁਸੀਂ ਦੇਖੋਗੇ ਘਰ ਵਿੱਚ ਜਦੋਂ ਵੀ ਅਸੀਂ ਜੋ ਦੁੱਜੀ ਹੈ ਉਸ ਤੋਂ ਦੁੱਧ ਲੈਂਦੇ ਆ, ਨਾਲ ਦੀ ਨਾਲ ਉਸ ਨੂੰ ਉਬਾਲ ਲੈਂਦੇ ਆ। ਉਹਦਾ ਕੀ ਕਾਰਨ ਹੈ? ਉਬਾਲਣ ਨਾਲ ਬਹੁਤ ਸਾਰੇ ਸੂਖਮ ਜੀਵ ਮਰ ਜਾਂਦੇ ਹਨ। ਇਸੇ ਤਰ੍ਹਾਂ ਅਸੀਂ ਭੋਜਨ ਨੂੰ ਫ੍ਰਿਜ ਵਿੱਚ ਰੱਖਦੇ ਹਾਂ, ਘੱਟ ਤਾਪਮਾਨ ਤੇ ਸੂਖਮ ਜੀਵਾਂ ਦੀ ਵ੍ਰਿੱਧੀ ਜੋ ਹੈ ਉਹ ਰੁਕ ਜਾਂਦੀ ਹੈ। ਸੋ ਤੁਸੀਂ ਦੇਖੋਗੇ ਜੇ ਤੁਸੀਂ ਬ੍ਰੈਡ ਲੈ ਕੇ ਆਉਂਦੇ ਹੋ ਤੇ ਜੇ ਤੁਸੀਂ ਉਸ ਨੂੰ ਬਾਹਰ ਰੱਖਦੇ ਹੋ ਨਮੀ ਅਤੇ ਜੋ ਕੋਸੇ ਮਾਹੌਲ ਵਿੱਚ, ਤਾਪਮਾਨ ਵਾਲੇ ਮਾਹੌਲ ਵਿੱਚ, ਉੱਥੇ ਕੀ ਹੁੰਦਾ ਹੈ? ਗਰਮੀ ਦੇ ਮਾਹੌਲ ਵਿੱਚ ਉੱਥੇ ਕੀ ਹੁੰਦਾ ਹੈ? ਉੱਥੇ ਜੋ ਸੂਖਮ ਜੀਵ ਹਨ ਉਹ ਜਲਦੀ ਨਾਲ ਵੱਧਦੇ ਹਨ ਅਤੇ ਬ੍ਰੈਡ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ। ਪਰੰਤੂ ਜੇ ਇਹੀ ਬ੍ਰੈਡ ਅਸੀਂ ਠੰਡੇ ਵਾਤਾਵਰਣ ਵਿੱਚ ਭਾਵ ਕਿ ਫ੍ਰਿਜ ਵਿੱਚ ਰੱਖ ਦਈਏ ਤਾਂ ਇਸ ਦੀ ਜੋ ਲਾਈਫ ਹੈ, ਇਸ ਦਾ ਜੋ ਜੀਵਨ ਹੈ ਬ੍ਰੈਡ ਦਾ, ਉਹ ਵੱਧ ਜਾਂਦਾ ਹੈ। ਇਹ ਕਾਫੀ ਸਮੇਂ ਤੱਕ ਖਰਾਬ ਨਹੀਂ ਹੁੰਦੀ। ਸੋ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਠੰਡੇ ਮਾਹੌਲ ਵਿੱਚ ਵੀ ਜੋ ਸੂਖਮ ਜੀਵ ਹਨ ਉਹਨਾਂ ਦੀ ਵ੍ਰਿੱਧੀ, ਉਹਨਾਂ ਦਾ ਵਾਧਾ ਰੁਕ ਜਾਂਦਾ ਹੈ। ਦੁੱਧ ਜੋ ਪੈਕਟਾਂ ਵਿੱਚ ਆਉਂਦਾ ਹੈ ਉਹ ਖਰਾਬ ਕਿਉਂ ਨਹੀਂ ਹੁੰਦਾ? ਸੋ ਇਹ ਵੀ ਇੱਕ ਬੜਾ ਸਵਾਲ ਹੈ ਕਿ ਜੋ ਦੁੱਧ ਤੁਹਾਡੇ ਕੋਲ ਪਹੁੰਚਦਾ ਹੈ ਉਹ ਜ਼ਿਆਦਾਤਰ ਕਰਕੇ ਪਿਛਲੇ ਦਿਨ ਦਾ ਹੁੰਦਾ ਹੈ। ਸੋ ਜੇ ਤੁਸੀਂ ਘਰ ਵਿੱਚ ਇਸੇ ਤਰ੍ਹਾਂ ਦੁੱਧ ਨੂੰ ਰੱਖੋ ਤਾਂ ਦੁੱਧ ਖਰਾਬ ਹੋ ਜਾਂਦਾ ਹੈ, ਉਹ ਫਟ ਜਾਂਦਾ ਹੈ। ਪਰੰਤੂ ਪੈਕਟਾਂ ਵਿੱਚ ਰੱਖਿਆ ਦੁੱਧ ਖਰਾਬ ਕਿਉਂ ਨਹੀਂ ਹੁੰਦਾ? ਮੇਰੇ ਮਾਤਾ ਜੀ ਨੇ ਦੱਸਿਆ ਕਿ ਉਹ ਪਾਸਚੀਕ੍ਰਿਤ ਭਾਵ ਕਿ ਪੈਸਚਰਾਈਜ਼ਡ, ਇਹਦੇ ਬਾਰੇ ਤੁਸੀਂ ਇਸੀ ਲੈਸਨ ਦੇ ਪਾਰਟ 1 ਪਹਿਲੇ ਭਾਗ ਵਿੱਚ ਪੜ੍ਹਿਆ ਹੈ, ਜੋ ਕਿ ਲੂਈ ਪਾਸਚਰ ਜਿਹਨੇ ਪੈਸਚਰਾਈਜ਼ੇਸ਼ਨ ਦੀ ਖੋਜ ਕੀਤੀ ਸੀ। ਪਾਸਚਰੀਕਰਨ ਪੈਸਚਰਾਈਜ਼ੇਸ਼ਨ ਕੀ ਹੁੰਦਾ ਹੈ? ਪਾਸਚੀਕ੍ਰਿਤ ਦੁੱਧ ਉਬਾਲਣ ਤੋਂ ਬਿਨਾਂ ਹੀ ਵਰਤਿਆ ਜਾ ਸਕਦਾ ਹੈ ਕਿਉਂਕਿ ਉਹ ਹਾਨੀਕਾਰਕ ਸੂਖਮ ਜੀਵਾਂ ਤੋਂ ਮੁਕਤ ਹੁੰਦਾ ਹੈ। ਸੋ ਜੋ ਥੈਲੀਆਂ ਵਾਲਾ ਦੁੱਧ ਹੈ ਉਸ ਦਾ ਪੈਸਚਰਾਈਜ਼ੇਸ਼ਨ, ਪਾਸਚਰੀਕਰਨ ਕੀਤਾ ਜਾਂਦਾ ਹੈ, ਜਿਸ ਨਾਲ ਹੁੰਦਾ ਕੀ ਹੈ, ਜੋ ਉਸ ਵਿੱਚ ਪਹਿਲਾਂ ਤੋਂ ਮੌਜੂਦ ਸੂਖਮ ਜੀਵ ਹੁੰਦੇ ਹਨ ਉਹ ਮਰ ਜਾਂਦੇ ਹਨ। ਇਸੇ ਕਾਰਨ ਉਹ ਖਰਾਬ ਨਹੀਂ ਹੁੰਦਾ। ਦੁੱਧ ਨੂੰ ਪਹਿਲਾਂ 70 ਡਿਗਰੀ ਸੈਂਟੀਗ੍ਰੇਡ ਉੱਪਰ 15 ਤੋਂ 30 ਸੈਕਿੰਡ ਲਈ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਇੱਕਦਮ ਠੰਡਾ ਕਰਕੇ ਸਟੋਰ ਕਰ ਦਿੱਤਾ ਜਾਂਦਾ ਹੈ। ਸੋ ਗਰਮ ਕਰਨ ਨਾਲ ਕੀ ਹੁੰਦਾ, ਜੋ ਸੂਖਮ ਜੀਵ ਹਨ ਉਹ ਮਰ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਸੂਖਮ ਜੀਵਾਂ ਦਾ ਵਾਧਾ ਨਹੀਂ ਹੁੰਦਾ। ਇਸ ਕਿਰਿਆ ਦੀ ਖੋਜ ਲੂਈ ਪਾਸਚਰ, ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ, ਨੇ ਕੀਤੀ ਸੀ। ਇਸ ਲਈ ਇਸ ਕਿਰਿਆ ਨੂੰ ਪਾਸਚਰੀਕਰਨ ਜਾਂ ਫਿਰ ਪੈਸਚਰਾਈਜ਼ੇਸ਼ਨ ਕਿਹਾ ਜਾਂਦਾ ਹੈ। ਸੋ ਇਹਦੇ ਬਾਰੇ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ। ਪੈਕਟਾਂ ਵਿੱਚ ਭੰਡਾਰ ਕਰਨਾ। ਪੈਕਟਾਂ ਵਿੱਚ ਭੰਡਾਰ ਕਰਨਾ। ਅੱਜ ਕੱਲ੍ਹ ਸੁੱਕੇ ਮੇਵਿਆਂ ਭਾਵ ਕਿ ਡਰਾਈ ਫਰੂਟਸ ਅਤੇ ਸਬਜ਼ੀਆਂ ਨੂੰ ਜੀਵਾਣੂਆਂ ਦੇ ਹਮਲੇ ਤੋਂ ਬਚਾ ਕੇ ਰੱਖਣ ਲਈ ਹਵਾਬੰਦ ਵੈਕਿਊਮ ਬੈਗਸ, ਹਵਾਬੰਦ ਪੈਕਟਾਂ ਵਿੱਚ, ਜਿਨ੍ਹਾਂ ਨੂੰ ਕਿ ਵੈਕਿਊਮ ਬੈਗਸ ਕਿਹਾ ਜਾਂਦਾ ਹੈ, ਐਸੇ ਪੋਲੀਥੀਨ ਦੇ ਲਿਫਾਫੇ ਜਿਨ੍ਹਾਂ ਵਿੱਚ ਕਿ ਹਵਾ ਮੌਜੂਦ ਨਹੀਂ ਹੁੰਦੀ, ਵਿੱਚ ਸੀਲ ਬੰਦ ਕਰਕੇ ਵੇਚਿਆ ਜਾਂਦਾ ਹੈ। ਸੋ ਜੋ ਹਵਾ ਦਾ ਨਾ ਹੋਣਾ ਵੀ ਜੋ ਸੂਖਮ ਜੀਵਾਂ ਦਾ ਵਾਧਾ ਰੋਕ ਦਿੰਦਾ ਹੈ। ਆਓ ਬੱਚਿਓ, ਲੈਸਨ ਦੇ ਅਗਲੇ ਭਾਗ ਵਿੱਚ ਨਾਈਟ੍ਰੋਜਨ ਸਥਿਰੀਕਰਨ ਭਾਵ ਕਿ ਨਾਈਟ੍ਰੋਜਨ ਫਿਕਸੇਸ਼ਨ, ਤੁਸੀਂ 6ਵੀਂ ਅਤੇ 7ਵੀਂ ਜਮਾਤ ਵਿੱਚ ਰਾਈਜ਼ੋਬੀਅਮ ਬੈਕਟੀਰੀਆ, ਰਾਈਜ਼ੋਬੀਅਮ ਜੀਵਾਣੂਆਂ ਬਾਰੇ ਪੜ੍ਹ ਚੁੱਕੇ ਹੋ। ਇਹ ਫਲੀਦਾਰ ਪੌਦਿਆਂ, ਦਾਲਾਂ ਵਿੱਚ ਨਾਈਟ੍ਰੋਜਨ ਨੂੰ ਸਥਿਰ, ਨਾਈਟ੍ਰੋਜਨ ਨੂੰ ਕੀ ਕਰਦੇ ਹਨ, ਨਾਈਟ੍ਰੋਜਨ ਨੂੰ ਫਿਕਸ ਕਰਨ ਦਾ ਕੰਮ ਕਰਦੇ ਹਨ। ਯਾਦ ਕਰੋ ਕਿ ਰਾਈਜ਼ੋਬੀਅਮ ਜੀਵਾਣੂ ਫਲੀਦਾਰ ਪੌਦੇ ਦੀਆਂ ਜੜ ਗੰਢਾਂ ਨੂੰ ਕੀ ਕਹਾਂਗੇ ਇੰਗਲਿਸ਼ ਵਿੱਚ, ਰੂਟ ਨੋਡਿਊਲਸ ਵਿੱਚ ਰਹਿੰਦੇ ਹਨ। ਜਿਵੇਂ ਕਿ ਕਿਹੜੇ ਪੌਦੇ ਨੇ ਇਹ, ਜਿਵੇਂ ਕਿ ਸੋਇਆਬੀਨ ਅਤੇ ਮਟਰ, ਜਿਨ੍ਹਾਂ ਨਾਲ ਇਹਨਾਂ ਜੀਵਾਣੂਆਂ ਦਾ ਸਹਿਜੀਵੀ ਸੰਬੰਧ ਹੈ। ਸਹਿਜੀਵੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ, ਸਿੰਬਾਇਓਟਿਕ। ਸਿੰਬਾਇਓਟਿਕ ਬੱਚਿਓ ਕੀ ਹੁੰਦਾ, ਸਹਿਜੀਵੀ ਕੀ ਹੁੰਦਾ? ਇਸ ਸੰਬੰਧ ਵਿੱਚ ਪਰਜੀਵੀ ਅਤੇ ਮੇਜ਼ਬਾਨ ਦੋਨਾਂ ਦਾ ਫਾਇਦਾ ਹੁੰਦਾ ਹੈ। ਸੋ ਇਹ ਬਹੁਤ ਹੀ ਇੱਕ ਚੰਗਾ ਸੰਬੰਧ ਹੁੰਦਾ ਹੈ। ਇਸ ਨਾਲ ਪਰਜੀਵੀ ਜੋ ਹੈ ਉਹ ਮੇਜ਼ਬਾਨ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਪਰੰਤੂ
ਬਲਕਿ ਉਹਨਾਂ ਦੋਹਾਂ ਦਾ ਇਸ ਵਿੱਚ ਲਾਭ ਹੀ ਹੁੰਦਾ ਹੈ। ਕਈ ਵਾਰ ਆਕਾਸ਼ੀ ਬਿਜਲੀ ਚਮਕਣ ਵੇਲੇ ਵੀ ਨਾਈਟ੍ਰੋਜਨ ਦਾ ਸਥਿਰੀਕਰਨ ਹੋ ਜਾਂਦਾ ਹੈ। ਸੋ ਇੱਕ ਹੋਰ ਵੀ ਤਰੀਕਾ ਹੈ ਜਿਸ ਨਾਲ ਕਿ ਨਾਈਟ੍ਰੋਜਨ ਜੋ ਹੈ ਉਹ ਗੈਸੀਅਸ ਫਾਰਮ ਤੋਂ ਉਹ ਫਿਕਸ ਹੋ ਜਾਂਦੀ ਹੈ, ਉਹਦਾ ਸਥਿਰੀਕਰਨ ਹੋ ਜਾਂਦਾ ਹੈ, ਜੋ ਕਿ ਜੇ ਕਿਵੇਂ ਹੁੰਦਾ ਹੈ, ਬਿਜਲੀ ਚਮਕਣ ਨਾਲ। ਬਿਜਲੀ ਚਮਕਣ ਨਾਲ ਕੀ ਹੁੰਦਾ ਹੈ, ਜੋ ਕਿ ਵਾਤਾਵਰਨ, ਬਿਜਲੀ ਜਿੱਥੇ ਚਮਕਦੀ ਹੈ ਉਸ ਵਾਤਾਵਰਨ ਦਾ ਜੋ ਤਾਪਮਾਨ ਹੈ ਬਹੁਤ ਵੱਧ ਜਾਂਦਾ ਹੈ, ਤੇ ਉਹ ਜਿਹੇ ਗਰਮ ਵਾਤਾਵਰਨ ਵਿੱਚ ਜੋ ਨੈਚੁਰਲ ਜੋ ਫ੍ਰੀ ਨਾਈਟ੍ਰੋਜਨ ਹੈ, ਜੋ ਕਿ ਮੁਕਤ ਨਾਈਟ੍ਰੋਜਨ ਹੈ, ਉਹ ਨਾਈਟ੍ਰੇਟਸ ਵਿੱਚ ਬਦਲ ਜਾਂਦੀ ਹੈ ਤੇ ਉਹਦਾ ਸਥਿਰੀਕਰਨ ਹੋ ਜਾਂਦਾ ਹੈ। ਤੇ ਦੇ ਨਾਲ ਹੀ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਬੱਚਿਓ, ਇਹ ਜੋ ਜੜ੍ਹਾਂ ਹਨ ਫਲੀਦਾਰ ਪੌਦਿਆਂ ਦੀਆਂ, ਇਹਨਾਂ ਵਿੱਚ ਤੁਸੀਂ ਗੰਢਾਂ ਦੇਖ ਸਕਦੇ ਹੋ। ਇਹ ਗੰਢਾਂ ਵਿੱਚ ਜੋ ਬੈਕਟੀਰੀਆਸ ਹੁੰਦੇ ਨੇ, ਰਾਈਜ਼ੋਬੀਅਮ ਬੈਕਟੀਰੀਆਸ, ਇਹੀ ਨਾਈਟ੍ਰੋਜਨ ਦੇ ਸਥਿਰੀਕਰਨ ਦਾ, ਨਾਈਟ੍ਰੋਜਨ ਫਿਕਸੇਸ਼ਨ ਦਾ ਕੰਮ ਕਰਦੇ ਹਨ। ਲੈਸਨ ਦਾ ਅਗਲਾ ਭਾਗ, ਕੀ ਤੁਸੀਂ ਜਾਣਦੇ ਹੋ ਕਿ ਵਾਯੂਮੰਡਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਹਮੇਸ਼ਾ ਸਥਿਰ ਰਹਿੰਦੀ ਹੈ? ਤੁਸੀਂ ਹੈਰਾਨ ਹੋਵੋਗੇ ਅਜਿਹਾ ਕਿਵੇਂ ਹੁੰਦਾ ਹੈ। ਸੋ ਤੁਸੀਂ, ਇਹ ਬਿਲਕੁਲ ਹੈਰਾਨੀ ਵਾਲੀ ਗੱਲ ਹੈ ਕਿ ਨਾਈਟ੍ਰੋਜਨ ਤਾਂ ਜਿਵੇਂ ਕਿ ਕੰਜ਼ਿਊਮ ਕਰ ਲਈ ਜਾਂਦੀ ਹੈ ਪੌਦਿਆਂ ਦੁਆਰਾ, ਜਾਂ ਉਸ ਦੀ ਸਥਿਰੀਕਰਨ ਹੋ ਜਾਂਦਾ ਹੈ, ਤਾਂ ਫਿਰ ਉਹ ਤਾਂ ਘਟ ਜਾਣੀ ਚਾਹੀਦੀ ਹੈ, ਪਰੰਤੂ ਇਦਾਂ ਹੁੰਦਾ ਨਹੀਂ। ਆਓ ਆਪਾਂ ਸਾਰੇ ਇਸ ਬਾਰੇ ਅਗਲੇ ਸੈਸ਼ਨ ਵਿੱਚ ਸਮਝੀਏ। ਨਾਈਟ੍ਰੋਜਨ ਚੱਕਰ, ਨਾਈਟ੍ਰੋਜਨ ਸਾਈਕਲ, ਉਹ ਹੁੰਦਾ ਕਿਉਂ ਨਹੀਂ? ਉਸਦੀ ਜੋ ਪਰਸੈਂਟੇਜ ਹੈ, ਉਸਦੀ ਜੋ ਮਾਤਰਾ ਹੈ ਵਾਤਾਵਰਨ ਵਿੱਚ, ਐਟਮੋਸਫੇਅਰ ਵਿੱਚ, ਉਹ ਘਟਦੀ ਕਿਉਂ ਨਹੀਂ? ਉਹ ਇਸ ਕਰਕੇ, ਨਾਈਟ੍ਰੋਜਨ ਚੱਕਰ ਕਰਕੇ, ਨਾਈਟ੍ਰੋਜਨ ਸਾਈਕਲ ਕਰਕੇ। ਸਾਡੇ ਵਾਯੂਮੰਡਲ ਵਿੱਚ 78% ਨਾਈਟ੍ਰੋਜਨ ਗੈਸ ਹੈ। ਸਾਰੇ ਸਜੀਵਾਂ ਵਿੱਚ ਨਾਈਟ੍ਰੋਜਨ ਇੱਕ ਜ਼ਰੂਰੀ ਅੰਸ਼ ਹੈ, ਕਿਉਂਕਿ ਪ੍ਰੋਟੀਨ, ਕਲੋਰੋਫਿਲ, ਨਿਊਕਲਿਕ ਐਸਿਡ ਅਤੇ ਵਿਟਾਮਿਨਾਂ ਵਿੱਚ ਇਹ ਪਾਇਆ ਜਾਂਦਾ ਹੈ। ਸੋ ਪ੍ਰੋਟੀਨ, ਜੋ ਸਾਰੇ ਜੀਵ ਜੰਤੂ ਹਨ ਉਹ ਪ੍ਰੋਟੀਨ, ਉਹਨਾਂ ਵਿੱਚ ਇੱਕ ਬਹੁਤ ਵੱਡਾ ਭਾਗ ਹੁੰਦਾ ਹੈ। ਨਾਈਟ੍ਰੋਜਨ ਉਸਦਾ ਇੱਕ ਜ਼ਰੂਰੀ ਅੰਸ਼ ਹੈ। ਕਲੋਰੋਫਿਲ, ਜਿਸ ਨਾਲ ਕਿ ਪੌਦਿਆਂ ਨੂੰ ਉਹਨਾਂ ਦਾ ਹਰਾ ਰੰਗ ਮਿਲਦਾ ਹੈ, ਉਹ ਇੱਕ ਬਹੁਤ ਹੀ ਜ਼ਰੂਰੀ ਭਾਗ ਹੈ ਪੌਦਿਆਂ ਦਾ, ਉਹਦੇ ਵਿੱਚ ਨਾਈਟ੍ਰੋਜਨ ਹੁੰਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਜੋ ਨਾਈਟ੍ਰੋਜਨ ਹੈ ਉਹ ਪੂਰੇ ਜੀਵਨ ਚੱਕਰ ਦਾ ਬਹੁਤ ਹੀ ਜ਼ਰੂਰੀ ਅੰਗ ਹੈ। ਵਾਯੂਮੰਡਲ ਵਿਚਲੀ ਨਾਈਟ੍ਰੋਜਨ ਪੌਦਿਆਂ ਤੇ ਜੰਤੂਆਂ ਦੁਆਰਾ ਸਿੱਧੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸੋ ਜਿਵੇਂ ਕਿ ਪੌਦੇ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਦੀ ਸਿੱਧੀ ਵਰਤੋਂ ਕਰ ਲੈਂਦੇ ਆ, ਇਸ ਤਰ੍ਹਾਂ ਜੋ ਨਾਈਟ੍ਰੋਜਨ ਗੈਸ ਹੈ ਉਸ ਦੀ ਪੌਦੇ ਸਿੱਧੀ ਵਰਤੋਂ ਨਹੀਂ ਕਰ ਸਕਦੇ। ਮਿੱਟੀ ਵਿਚਲੇ ਕੁਝ ਜੀਵਾਣੂ ਅਤੇ ਨੀਲੀ ਹਰੀ ਇਕਾਈ ਵਾਯੂਮੰਡਲ ਵਿਚਲੀ ਮੁਕਤ ਨਾਈਟ੍ਰੋਜਨ, ਭਾਵ ਕਿ ਫ੍ਰੀ ਨਾਈਟ੍ਰੋਜਨ ਨੂੰ ਸਥਿਰ ਕਰਕੇ ਨਾਈਟ੍ਰੋਜਨ ਦੇ ਯੌਗਿਕ ਨੂੰ ਇੰਗਲਿਸ਼ ਵਿੱਚ ਕੀ ਆਖਾਂਗੇ, ਕੰਪਾਊਂਡ ਵਿੱਚ ਬਦਲ ਦਿੰਦੀ ਹੈ। ਇੱਕ ਵਾਰ ਜਦੋਂ ਨਾਈਟ੍ਰੋਜਨ ਵਰਤੋਂਯੋਗ ਯੌਗਿਕਾਂ ਵਿੱਚ ਬਦਲ ਜਾਂਦੀ ਹੈ, ਇਹਨਾਂ ਨੂੰ ਪੌਦਿਆਂ ਦੀ ਜੜ ਪ੍ਰਣਾਲੀ, ਭਾਵ ਕਿ ਜੜ ਪ੍ਰਣਾਲੀ ਨੂੰ ਕੀ ਕਹਾਂਗੇ, ਰੂਟ ਸਿਸਟਮ ਦੁਆਰਾ ਮਿੱਟੀ ਵਿੱਚੋਂ ਸੋਖ ਕੇ ਵਰਤਿਆ ਜਾ ਸਕਦਾ ਹੈ। ਸੋ ਇਹ ਤਰੀਕਾ ਹੈ ਜਦੋਂ ਕਿ ਜਾਂ ਤਾਂ ਫਿਰ ਬਿਜਲੀ ਚਮਕਣ ਨਾਲ, ਜਾਂ ਫਿਰ ਨੀਲੀ ਹਰੀ ਇਕਾਈ ਦੇ ਦੁਆਰਾ, ਜਾਂ ਫਿਰ ਜੀਵਾਣੂਆਂ ਦੁਆਰਾ, ਜਦੋਂ ਇੱਕ ਵਾਰ ਨਾਈਟ੍ਰੋਜਨ ਨੂੰ ਸਥਿਰ ਕਰ ਲਿੱਤਾ ਜਾਂਦਾ ਹੈ, ਉਸਦੇ ਯੌਗਿਕ ਭਾਵ ਕਿ ਕੰਪਾਊਂਡ ਬਣ ਜਾਂਦੇ ਹਨ, ਫਿਰ ਜੋ ਪੌਦੇ ਹਨ ਆਪਣੀ ਜੜ੍ਹਾਂ ਦੇ ਦੁਆਰਾ ਉਸ ਨੂੰ ਸੋਖ ਕੇ ਵਰਤ ਸਕਦੇ ਹਨ। ਇਸ ਤਰ੍ਹਾਂ ਨਾਈਟ੍ਰੋਜਨ ਦੀ ਵਰਤੋਂ ਪੌਦਾ ਪ੍ਰੋਟੀਨ ਅਤੇ ਹੋਰ ਯੌਗਿਕਾਂ ਦਾ ਸੰਸਲੇਸ਼ਨ, ਜਿਸ ਨੂੰ ਅੰਗਰੇਜ਼ੀ 'ਚ ਕੀ ਕਹਾਂਗੇ, ਸਿੰਥੇਸਾਈਜ਼ ਕਰਨ ਲਈ ਕੀਤੀ ਜਾਂਦੀ ਹੈ। ਜਦੋਂ ਜੰਤੂ ਜੋ ਪੌਦਿਆਂ ਨੂੰ ਖਾਂਦੇ ਹਨ, ਉਹ ਇਹਨਾਂ ਪ੍ਰੋਟੀਨਾਂ ਅਤੇ ਨਾਈਟ੍ਰੋਜਨ ਦੇ ਯੌਗਿਕਾਂ ਨੂੰ ਪ੍ਰਾਪਤ ਕਰ ਲੈਂਦੇ ਹਨ। ਜਦੋਂ ਪੌਦੇ ਅਤੇ ਜੰਤੂ ਮਰ ਜਾਂਦੇ ਹਨ ਤਾਂ ਮਿੱਟੀ ਵਿਚਲੇ ਬੈਕਟੀਰੀਆ ਅਤੇ ਉੱਲੀਆਂ ਨਾਈਟ੍ਰੋਜਨ ਯੁਕਤ ਫਾਲਤੂ ਪਦਾਰਥਾਂ, ਜਿਸ ਨੂੰ ਅੰਗਰੇਜ਼ੀ ਵਿੱਚ ਕੀ ਕਹਾਂਗੇ, ਵੇਸਟ ਮਟੀਰੀਅਲ, ਦਾ ਅਪਘਟਨ, ਅੰਗਰੇਜ਼ੀ ਵਿੱਚ ਡੀਕੰਪੋਜ਼ ਕਰਕੇ ਨਾਈਟ੍ਰੋਜਨ ਯੌਗਿਕਾਂ ਵਿੱਚ ਬਦਲ ਦਿੰਦੀਆਂ ਹਨ। ਸੋ ਇਹ ਨਾਈਟ੍ਰੋਜਨ ਦਾ ਪੂਰਾ ਸਾਈਕਲ ਹੈ। ਨਾਈਟ੍ਰੋਜਨ ਵਾਤਾਵਰਨ ਵਿੱਚੋਂ ਕਿਵੇਂ ਪੌਦਿਆਂ ਵਿੱਚ ਜਾਂਦੀ ਹੈ, ਪੌਦਿਆਂ ਨੂੰ ਜਾਨਵਰ ਖਾ ਲੈਂਦੇ ਆ, ਤੇ ਜਾਨਵਰ ਅਤੇ ਪੌਦੇ ਜਦੋਂ ਮਰ ਜਾਂਦੇ ਆ ਤਾਂ ਜ਼ਮੀਨ ਵਿੱਚ, ਮਿੱਟੀ ਵਿੱਚ ਮੌਜੂਦ ਬੈਕਟੀਰੀਆ ਅਤੇ ਉੱਲੀਆਂ ਉਹਨਾਂ ਦਾ ਅਪਘਟਨ ਕਰਕੇ ਉਹਨਾਂ ਨੂੰ ਫੇਰ ਦੁਬਾਰਾ ਨਾਈਟ੍ਰੋਜਨ ਦੇ ਯੌਗਿਕਾਂ ਵਿੱਚ ਬਦਲ ਦਿੰਦੇ ਹਨ, ਅਤੇ ਉਸ ਤੋਂ ਬਾਅਦ ਕੁਝ ਜੀਵਾਣੂ ਨਾਈਟ੍ਰੋਜਨ ਨੂੰ ਯੌਗਿਕਾਂ ਨੂੰ ਮੁਕਤ ਨਾਈਟ੍ਰੋਜਨ ਵਿੱਚ ਬਦਲ ਕੇ ਦੁਬਾਰਾ ਇਸ ਨੂੰ ਐਟਮੋਸਫੇਅਰ, ਵਾਤਾਵਰਨ ਵਿੱਚ ਪਹੁੰਚਾ ਦਿੰਦੇ ਹਨ। ਸੋ ਇਹ ਪੂਰਾ ਸਾਈਕਲ ਹੈ, ਜਿਸ ਕਾਰਨ ਕਿ ਨਾਈਟ੍ਰੋਜਨ ਦੀ ਜੋ ਮਾਤਰਾ ਹੈ, ਜੋ ਪਰਸੈਂਟੇਜ ਹੈ, ਉਹ ਸਥਿਰ ਬਣੀ ਰਹਿੰਦੀ ਹੈ, ਜਿਹੜੀ ਕਿ ਵਾਪਸ ਵਾਯੂਮੰਡਲ ਵਿੱਚ ਚਲੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਹੁੰਦਾ ਕੀ ਹੈ, ਵਾਯੂਮੰਡਲ ਵਿੱਚ ਨਾਈਟ੍ਰੋਜਨ ਦੀ ਪ੍ਰਤੀਸ਼ਤ ਮਾਤਰਾ ਥੋੜੀ ਜਾਂ ਬਹੁਤ ਹੱਦ ਤੱਕ ਸਥਿਰ ਬਣੀ ਰਹਿੰਦੀ ਹੈ। ਸੋ ਇਹੀ ਕਾਰਨ ਹੈ ਕਿ ਜੋ ਨਾਈਟ੍ਰੋਜਨ ਪੌਦਿਆਂ ਅਤੇ ਉਹਦਾ ਸਥਿਰੀਕਰਨ ਕਰਨ ਤੋਂ ਬਾਅਦ ਸੋਖੇ ਜਾਣ ਦੇ ਬਾਵਜੂਦ ਜੋ ਇਸ ਦੀ ਪਰਸੈਂਟੇਜ, ਜੋ ਇਸ ਦੀ ਪ੍ਰਤੀਸ਼ਤ ਮਾਤਰਾ ਹੈ, ਉਹ ਬਦਲਦੀ ਨਹੀਂ, ਉਹ ਲਗਭਗ ਹੀ ਇੱਕ ਬਣੀ ਰਹਿੰਦੀ ਹੈ। ਆਓ ਬੱਚਿਓ, ਇਹ ਦੇਖੋ, ਇਹ ਨਾਈਟ੍ਰੋਜਨ ਚੱਕਰ, ਨਾਈਟ੍ਰੋਜਨ ਸਾਈਕਲ ਦੀ ਡਾਇਗਰਾਮ, ਉਹਦਾ ਚਿੱਤਰ ਤੁਹਾਨੂੰ ਦੋ ਭਾਸ਼ਾਵਾਂ ਵਿੱਚ ਦਿੱਤਾ ਗਿਆ, ਇੰਗਲਿਸ਼ ਅਤੇ ਪੰਜਾਬੀ ਵਿੱਚ।
ਇਹ ਤੁਸੀਂ ਦੇਖੋਗੇ ਵਾਯੂਮੰਡਲੀ ਨਾਈਟ੍ਰੋਜਨ यानी कि फ्री नाइट्रोजन। इस तो बाद इसका जो फिक्सेशन हुई है बिजली चमकन नाल स्थिरीकरण होया। ਇਹਦੇ ਦੋ ਤਰੀਕੇ ਹੈ, ਤਾਂ ਹੀ ਤੁਹਾਨੂੰ ਇੱਥੇ ਤੁਸੀਂ ਦੇਖੋਗੇ ਕਿ ਦੋ ਤਰੀਕਿਆਂ ਵਿੱਚ ਇਹਨੂੰ ਵੰਡ ਦਿੱਤਾ ਗਿਆ। ਨੰਬਰ 1 ਬਿਜਲੀ ਚਮਕਣ ਨਾਲ ਨਾਈਟ੍ਰੋਜਨ ਦਾ ਸਥਿਰੀਕਰਨ, ਨੰਬਰ 2 ਨਾਈਟ੍ਰੋਜਨ ਸਥਿਰੀਕਰਨ ਜੀਵਾਣੂਆਂ ਅਤੇ ਨੀਲੀ ਹਰੀਕਾਈ ਦੁਆਰਾ ਵਾਯੂਮੰਡਲੀ ਨਾਈਟ੍ਰੋਜਨ ਦਾ ਸਥਿਰੀਕਰਨ। ਸੋ ਇਹ ਦੋ ਤਰੀਕਿਆਂ ਨਾਲ ਜੋ ਹੈ ਵਾਯੂਮੰਡਲੀ ਨਾਈਟ੍ਰੋਜਨ ਦਾ ਸਥਿਰੀਕਰਨ ਹੁੰਦਾ ਹੈ। ਉਸ ਤੋਂ ਬਾਅਦ ਕੀ ਹੁੰਦਾ, ਜੋ ਵਾਯੂਮੰਡਲੀ ਨਾਈਟ੍ਰੋਜਨ ਹੈ ਜਿਸ ਦਾ ਸਥਿਰੀਕਰਨ ਕੀ ਬਿਜਲੀ ਦੇ ਚਮਕਣ ਨਾਲ ਹੁੰਦਾ ਹੈ, ਉਹ ਸਿੱਧਾ ਬਾਰਿਸ਼ ਨਾਲ ਮਿਲ ਕੇ ਮਿੱਟੀ ਵਿੱਚ ਆ ਮਿਲਦੀ ਹੈ। ਪਰੰਤੂ ਜੋ ਇਹ ਤਰੀਕਾ ਹੈ, ਇਹ ਇਸ ਦਾ ਅਗਲਾ ਸਟੈਪ ਕੀ ਹੈ, ਜੀਵਾਣੂ ਦੁਆਰਾ ਨਾਈਟ੍ਰੋਜਨ ਦੇ ਯੌਗਿਕਾਂ ਵਿੱਚ ਸਥਿਰੀਕਰਨ। ਸੋ ਇਹ ਹੁੰਦਾ ਕੀ ਹੈ, ਜੀਵਾਣੂ ਜੋ ਹਨ ਨਾਈਟ੍ਰੋਜਨ ਨੂੰ ਨਾਈਟ੍ਰੋਜਨ ਕੰਪਾਊਂਡਸ ਵਿੱਚ ਫਿਕਸ ਕਰ ਦਿੰਦੇ ਹਨ। ਮਿੱਟੀ ਵਿੱਚ ਨਾਈਟ੍ਰੋਜਨ ਦੇ ਯੌਗਿਕ ਜੇ ਇਸ ਬਿਜਲੀ ਦੇ ਰਾਹ ਤੋਂ ਵੀ ਇਹ ਜਾ ਕੇ ਮਿੱਟੀ ਵਿੱਚ ਮਿਲ ਜਾਂਦੇ ਹਨ ਅਤੇ ਦੂਸਰੇ ਰਾਹ ਵਿੱਚੋਂ ਵੀ ਆ ਕੇ ਇਹ ਮਿੱਟੀ ਵਿੱਚ ਹੀ ਮਿਲ ਜਾਂਦੇ ਹਨ। ਉਸ ਤੋਂ ਬਾਅਦ ਹੁੰਦਾ ਕੀ ਹੈ, ਜਾਂ ਤਾਂ ਜੀਵਾਣੂਆਂ ਦੁਆਰਾ ਨਾਈਟ੍ਰੋਜਨ ਯੌਗਿਕਾਂ ਨੂੰ ਮੁਕਤ ਨਾਈਟ੍ਰੋਜਨ ਵਿੱਚ ਬਦਲ ਦਿੱਤਾ ਜਾਂਦਾ ਹੈ, ਜਾਂ ਤਾਂ ਜੋ ਮਿੱਟੀ ਵਿੱਚ ਕੁਝ ਜੀਵਾਣੂ ਹਨ ਉਹ ਇਸ ਨੂੰ ਦੁਬਾਰਾ ਨਾਈਟ੍ਰੋਜਨ ਬਣਾ ਕੇ ਵਾਯੂਮੰਡਲ ਵਿੱਚ ਪਹੁੰਚਾ ਦਿੰਦੇ ਹਨ, ਜਾਂ ਫਿਰ ਕੀ ਹੁੰਦਾ, ਪੌਦਿਆਂ ਦੁਆਰਾ ਇਹ ਸੋਖ ਲਈ ਜਾਂਦੇ ਹਨ। ਜੇ ਇਹ ਜੋ ਨਾਈਟ੍ਰੋਜਨ ਦੇ ਕੰਪਾਊਂਡਸ ਹਨ ਪੌਦਿਆਂ ਦੁਆਰਾ ਸੋਖ ਲਏ ਜਾਂਦੇ ਹਨ ਤਾਂ ਉਹ ਜੰਤੂਆਂ ਦੁਆਰਾ ਖਾ ਲਏ ਜਾਂਦੇ ਹਨ। ਉਸ ਤੋਂ ਬਾਅਦ ਜਦੋਂ ਜੰਤੂ ਆਪਣੇ ਮਲ ਮੂਤਰ ਰਾਹੀਂ ਜਾਂ ਮਰਨ ਤੋਂ ਬਾਅਦ ਆਪਣੇ ਸਰੀਰ ਦੇ ਰਾਹੀਂ ਫਾਲਤੂ ਪਦਾਰਥਾਂ ਦੇ ਤੌਰ ਤੇ ਜ਼ਮੀਨ ਵਿੱਚ ਮਿੱਟੀ ਵਿੱਚ ਮਿਲ ਜਾਂਦੇ ਹਨ ਤਾਂ ਇਹ ਜੋ ਕਾਰਬਨ ਕੰਪਾਊਂਡਸ ਹਨ ਵਾਪਸ ਮਿੱਟੀ ਵਿੱਚ ਪਹੁੰਚ ਜਾਂਦੇ ਹਨ ਅਤੇ ਫਿਰ ਦੁਆਰਾ ਜੀਵਾਣੂਆਂ ਦੁਆਰਾ ਇਹਨਾਂ ਨੂੰ ਸਿੰਪਲ ਨਾਈਟ੍ਰੋਜਨ ਵਿੱਚ ਤੋੜ ਕੇ ਵਾਤਾਵਰਣ ਵਿੱਚ ਵਾਯੂਮੰਡਲ ਵਿੱਚ ਭੇਜ ਦਿੱਤਾ ਜਾਂਦਾ ਹੈ। ਸੋ ਇਹ ਪੂਰਾ ਸਾਈਕਲ ਹੈ ਜਿਹੜਾ ਕਿ ਕਾਰਨ ਬਣਦਾ ਹੈ ਕਿ ਨਾਈਟ੍ਰੋਜਨ ਦੀ ਜੋ ਮਾਤਰਾ ਹੈ, ਜੋ ਪ੍ਰਤੀਸ਼ਤ ਮਾਤਰਾ ਹੈ ਵਾਤਾਵਰਣ ਵਿੱਚ ਐਟਮੋਸਫੇਅਰ ਵਿੱਚ ਇੱਕ ਬਣੀ ਜਾਂਦੀ ਹੈ। ਸੋ ਇਹ ਜੋ ਨਾਈਟ੍ਰੋਜਨ ਸਾਈਕਲ ਹੈ ਬੱਚਿਓ, ਇਹ ਬਹੁਤ ਹੀ ਜ਼ਰੂਰੀ ਭਾਗ ਹੈ ਇਸ ਚੈਪਟਰ ਦਾ। ਇਸ ਕਰਕੇ ਇਸ ਉੱਪਰ ਇੱਕ ਸਪੈਸ਼ਲ ਲੈਕਚਰ, ਇੱਕ ਸਪੈਸ਼ਲ ਟਿਊਟੋਰੀਅਲ ਤੁਹਾਨੂੰ ਦਿੱਤਾ ਜਾਏਗਾ। ਸੋ ਇਹਦੇ ਨਾਲ ਹੀ ਜੋ ਚੈਪਟਰ ਹੈ ਖਤਮ ਹੁੰਦਾ ਹੈ। ਇਹ ਕਹਿੰਦੇ ਹੋਏ ਮੈਂ ਤੁਹਾਡੇ ਤੋਂ ਵਿਦਾ ਲੈਂਦਾ। ਧੰਨਵਾਦ।